हाँ जी बच्चे, गुड मॉर्निंग, गुड इवनिंग जी। सत श्री अकाल, राम राम। एंड आई होप कि ਤੁਹਾਨੂੰ ਆਵਾਜ਼ ਕਲੀਅਰ ਆ ਰਹੀ ਹੋਏਗੀ, ਰਾਈਟ। ਅੱਜ ਆਪਾਂ ਬੱਚੇ ਇਹ ਸ਼ਾਰਟ ਸੈਸ਼ਨ ਦੇ ਵਿੱਚ ਥੋੜਾ ਡਿਸਕਸ ਕਰਾਂਗੇ ਰਿਗਾਰਡਿੰਗ ਪੇਪਰ 2 ਦੈਟ ਇਜ਼ ਈਟੀਟੀ ਪੇਪਰ 2 5994 ਦੀਆਂ ਜਿਹੜੀਆਂ ਪੋਸਟਾਂ ਆਈਆਂ, ਠੀਕ ਹੈ, ਉਹਦੇ ਰਿਲੇਟਡ ਆਪਾਂ ਥੋੜੀ ਡਿਸਕਸ਼ਨ ਕਰਾਂਗੇ। ਕੀ ਆਪਣਾ ਬੱਚੇ ਸਿਲੇਬਸ ਰਹਿਣ ਵਾਲਾ ਹੈ, ਠੀਕ ਹੈ, ਕਿੱਦਾਂ ਆਪਾਂ ਪ੍ਰੈਪਰੇਸ਼ਨ ਕਰਾਂਗੇ, ਕਿੱਦਾਂ ਤੁਸੀਂ ਡ੍ਰੀਮਸ ਇੰਸਟੀਚਿਊਟ ਨਾਲ ਜੁੜੋਗੇ, ਕਿੱਦਾਂ ਸਟੱਡੀ ਮਟੀਰੀਅਲ ਕਿੱਦਾਂ ਮਿਲੇਗਾ, ਆਨਲਾਈਨ ਸਟੂਡੈਂਟਸ ਵਾਲੇ ਬੱਚਿਆਂ ਨੂੰ ਕਿੱਦਾਂ ਐਕਸੈਸ ਮਿਲੇਗਾ, ਠੀਕ ਹੈ, ਕਿਹੜੀ ਐਪਲੀਕੇਸ਼ਨ ਤੁਸੀਂ ਡਾਊਨਲੋਡ ਕਰਨੀ ਹੈ, ਉਹ ਹਰ ਇੱਕ ਚੀਜ਼ ਕਿੱਦਾਂ ਆਪਾਂ ਪੇਪਰ ਨੂੰ ਕ੍ਰੈਕ ਕਰਨਾ ਹੈ, ਉਹ ਅਪਰੋਚ, ਠੀਕ ਹੈ, ਕਿਉਂਕਿ ਆਪਾਂ ਨੂੰ ਬੱਚੇ ਬੁੱਕਸ ਦੇ ਵਿੱਚ ਤਾਂ ਉਹ ਸਾਰੀਆਂ ਚੀਜ਼ਾਂ ਅਵੇਲੇਬਲ ਹੋ ਜਾਂਦੀਆਂ, ਬਟ ਦ ਥਿੰਗ ਇਜ਼ ਕਿ ਆਪਾਂ ਨੂੰ ਪੜ੍ਹਨਾ ਕਿੱਦਾਂ, ਉਹ ਸਿਲੈਕਟਿਵ ਮਟੀਰੀਅਲ, ਰਾਈਟ, ਉਹ ਸਿਲੈਕਟਿਵ ਸਟੱਡੀ, ਉਹ ਸਾਰੀ ਚੀਜ਼ਾਂ ਬਾਰੇ ਆਪਾਂ ਅੱਜ ਦੇ ਸੈਸ਼ਨ ਦੇ ਵਿੱਚ ਡਿਸਕਸ਼ਨ ਕਰਾਂਗੇ। ਐਂਡ ਆਈ ਹੋਪ ਕਿ ਤੁਸੀਂ ਪੋਜ਼ਿਟਿਵ ਐਟੀਟਿਊਡ ਦੇ ਨਾਲ ਤਿਆਰੀ ਕਰ ਰਹੇ ਹੋਗੇ, ਠੀਕ ਹੈ। ਅਗਰ ਨਹੀਂ ਵੀ ਕਰ ਰਹੇ ਤਾਂ ਘਬਰਾਉਣ ਦੀ ਲੋੜ ਨਹੀਂ ਹੈ, ਕਿਉਂਕਿ ਆਪਾਂ ਡ੍ਰੀਮਸ ਇੰਸਟੀਚਿਊਟ ਦੇ ਪਲੇਟਫਾਰਮ ਤੇ ਇੱਕ ਬੈਚ ਸਟਾਰਟ ਕਰਨ ਜਾ ਰਹੇ ਹਾਂ, ਫੋਕਸਡ ਬੈਚ ਈਟੀਟੀ ਪੇਪਰ 2 5994 ਦੀਆਂ ਪੋਸਟਾਂ, ਠੀਕ ਹੈ। ਬੱਚਿਆਂ ਦੇ ਮਾਈਂਡ 'ਚ ਬੜੇ ਤਰ੍ਹਾਂ ਦੇ ਕੁਐਸਚਨ ਹੁੰਦੇ ਆ, ਮੈਂ ਉਹ ਸਾਰੇ ਕੁਐਸਚਨਸ ਦੇ ਆਨਸਰ ਤੁਹਾਨੂੰ ਅੱਜ ਇਸ ਸੈਸ਼ਨ ਦੇ ਵਿੱਚ ਦੇ ਦੂੰਗਾ, ਠੀਕ ਹੈ। ਤਾਂ ਸਟਾਰਟ ਕਰਦੇ ਹਾਂ ਸਭ ਤੋਂ ਪਹਿਲੇ ਕੋਟ ਦੇ ਨਾਲ, ਔਰ ਇਹ ਮੇਰੀ ਫੇਵਰਿਟ ਕੋਟ ਹੈ, ਔਰ ਇਸ ਚੀਜ਼ ਤੇ ਬੱਚੇ ਮੈਂ ਬਿਲੀਵ ਕਰਦਾ, ਔਰ ਆਈ ਥਿੰਕ ਤੁਸੀਂ ਵੀ ਬਿਲੀਵ ਕਰਦੇ ਹੋ, है ना। कहना यूं ही नहीं होती हाथ की लकीरों के आगे उंगलियां, रब ने भी किस्मत से पहले मेहनत लिखी है। अगर तुसी अपने हथ नू ऑब्जर्व करोगे, अपने पाम नू, ਤਾਂ ਤੁਹਾਨੂੰ ਪਤਾ ਲੱਗੇਗਾ ਵੀ ਜਿਹੜੀ ਕਿਸਮਤ ਆਪਾਂ ਕਰਦੇ ਰਹਿੰਦੇ ਹਾਂ ਨਾ, ਲਕੀਰਾਂ ਉਹਦੇ ਅੱਗੇ ਉਂਗਲੀਆਂ। ਇਹਦਾ ਮਤਲਬ ਕਹਿੰਦਾ ਗੋਡ ਨੇ, ਭਗਵਾਨ ਨੇ, ਰੱਬ ਨੇ ਆਪਣੇ ਵਾਸਤੇ ਕੀ ਕਿਹਾ ਕਿ ਪਹਿਲੇ ਮਿਹਨਤ ਕਰੋ ਬੱਚੇ, ਕਿਸਮਤ ਸਾਥ ਦੇਗੀ ਹੀ ਦੇਗੀ, ਹੈ ਨਾ। ਆਪਾਂ ਬਹੁਤ ਸਾਰੀਆਂ ਚੀਜ਼ਾਂ ਸਾਰਾ ਜਿਹਨੂੰ ਵੀ ਆਪਾਂ ਮੰਨਦੇ ਹਾਂ ਨਾ, ਰੱਬ ਨੂੰ ਮੰਨਦੇ ਹਾਂ, ਜਿਹੜੇ ਵੀ ਰੱਬ ਨੂੰ, ਜਿਹਨੂੰ ਵੀ ਆਪਾਂ ਮੰਨਦੇ ਹਾਂ, ਆਪਾਂ ਉਹਨਾਂ ਨੂੰ ਕਹਿ ਦਿੰਦੇ ਹਾਂ, ਹਨਾ। ਆਪਾਂ ਮਨ 'ਚ ਸੋਚਦੇ ਹਾਂ ਵੀ ਰੱਬਾ, ਤੂੰ ਨਾ ਬਸ ਇੱਕ ਵਾਰੀ ਪਾਰ ਲੰਘਾ ਦੀ, ਮੇਰਾ ਇਹ ਪੇਪਰ ਕ੍ਰੈਕ ਹੋ ਜੇ, ਜਿੱਥੇ ਮਰਜ਼ੀ ਜੌਬ ਦੇ ਦੀ, ਹਨਾ, ਜਿੱਥੇ ਮਰਜ਼ੀ ਜੌਬ ਮਿਲ ਜੇ, ਬਸ ਪੇਪਰ ਕ੍ਰੈਕ ਹੋ ਜੇ। ਜੌਬ ਭਾਵੇਂ ਮੈਨੂੰ ਤਰਨ ਤਾਰਨ, ਅੰਮ੍ਰਿਤਸਰ, ਕਿੱਥੇ ਮਰਜ਼ੀ ਦੇ ਦਿਓ, ਹਨਾ। ਜਿਵੇਂ ਜਿਵੇਂ ਟਾਈਮ ਨੇੜੇ ਆਉਂਦਾ ਹੈ, ਮਿਹਨਤ ਕਰਦੇ ਜਾਂਦੇ ਆ ਨਾ, ਮਿਹਨਤ ਕਰਦੇ ਜਾਂਦੇ ਆ, ਤਾਂ ਰੱਬ ਵੀ ਕੀ ਕਹਿ ਰਿਹਾ ਬੱਚੇ, ਮਿਹਨਤ ਕਰ। ਕਿਸਮਤ ਤੇਰੀ 'ਚੋਂ ਸਾਰੀ ਚੀਜ਼ ਲਿਖੀ ਹੈ, ਪਰ ਕਿਸਮਤ 'ਚ ਲਿਖਿਆ ਕੀ ਹੈ ਬੱਚੇ, ਮਿਹਨਤ ਕਰਨਾ। ਮੇਰੇ ਪੁਆਇੰਟ ਨੂੰ ਫੋਲੋ ਕਰ ਰਹੇ ਹੋ ਨਾ। ਕਿਸਮਤ ਦੇ ਵਿੱਚ ਲਿਖਿਆ ਹੀ ਮਿਹਨਤ ਕਰਨਾ ਹੈ, ਔਰ ਆਪਾਂ ਰੱਬ ਨੂੰ ਕਹਿ ਰਹੇ ਹਾਂ ਵੀ ਰੱਬਾ ਸਾਨੂੰ ਉਹ ਨੌਕਰੀ ਦੇ ਦੀ, ਹੈਨਾ। ਕਹਿਣ ਦਾ ਮਤਲਬ ਕਿ ਮਿਹਨਤ ਕਰੋ, ਐਫਰਟਸ ਕਰੋ, ਜੋ ਚੀਜ਼ ਆਪਾਂ ਨੂੰ ਲਿਖੀ ਹੈ ਉਹ ਚੀਜ਼ ਮਿਲ ਜਾਊਗੀ, ਪਰ ਪਹਿਲਾਂ ਆਪਾਂ ਨੂੰ ਐਫਰਟਸ ਤਾਂ ਕਰਨੇ ਪੈਣਗੇ ਨਾ ਬੱਚੇ। ਹਰ ਚੀਜ਼ ਆਪਾਂ ਨੂੰ ਇਹ ਨਹੀਂ ਹੈ ਕਿ ਪਰੋਸ ਕੇ ਥਾਲੀ, ਕਹਿੰਦਾ ਮੰਮੀ ਨੇ ਰੋਟੀ ਬਣਾਈ, ਪਰੋਸ ਕੇ ਥਾਲੀ ਦੇ ਗਏ, ਹਨਾ। ਤਾਂ ਉਹ ਚੀਜ਼ਾਂ ਨਹੀਂ ਹੈ, ਇੱਥੇ ਆਪ ਨੂੰ ਐਫਰਟਸ ਕਰਨੇ ਪੈਣਗੇ, ਉੱਠਣਾ ਪਏਗਾ, ਉਹ ਰਾਤਾਂ ਨਾਲ ਲੜਨਾ ਪਏਗਾ, ਜਾਗਣਾ ਪਏਗਾ। ਤਾਂ ਬੱਚੇ ਦੋ ਹੀ ਚੀਜ਼ਾਂ ਨੇ। ਪਹਿਲੀ ਚੀਜ਼ ਇਹ ਹੈ ਵੀ ਆਹ 2-3 ਮਹੀਨੇ ਚੰਗੀ ਤਰ੍ਹਾਂ ਪੜ੍ਹ ਲਓ, ਆਪਣੇ ਆਪ ਨੂੰ ਇੰਨਾ ਕੁ ਇਨਵੋਲਵ ਕਰ ਲਓ ਸਟੱਡੀ ਦੇ ਵਿੱਚ ਕਿ ਤੁਹਾਨੂੰ ਇਹ ਲੱਗੇ ਵੀ ਯੈਸ, ਕਿ ਮੈਨੂੰ ਮਜ਼ਾ ਆ ਰਿਹਾ, ਮੈਂ ਪੇਪਰ ਵਾਸਤੇ ਰੈਡੀ ਹੋ ਰਿਹਾ। ਰੈਦਰ ਭਾਵੇਂ ਤੁਸੀਂ ਸੈਲਫ ਸਟੱਡੀ ਕਰੋ ਔਰ ਤੁਸੀਂ ਇੰਸਟੀਚਿਊਟ ਨੂੰ ਫੋਲੋ ਕਰੋ, ਇਹ ਤੁਹਾਡੇ ਤੇ ਡਿਪੈਂਡ ਕਰਦਾ ਹੈ ਨਾ। ਕੋਈ ਵੀ ਤੁਹਾਨੂੰ ਇਹ ਚੀਜ਼ ਬਾਰੇ ਥੋਪ ਨਹੀਂ ਸਕਦਾ ਵੀ ਤੁਸੀਂ ਇੱਥੇ ਹੀ ਪੜ੍ਹੋ, ਆਹ ਚੀਜ਼ ਕਰੋ। ਡਿਪੈਂਡ ਹਰ ਚੀਜ਼ ਤੁਹਾਡੇ ਤੇ ਕਰੇਗੀ, ਠੀਕ ਹੈ। ਹਰ ਇੱਕ ਚੀਜ਼ ਤੁਹਾਡੇ ਤੇ ਡਿਪੈਂਡ ਕਰੇਗੀ ਤੁਸੀਂ ਕਿੱਦਾਂ ਕਰਨਾ ਹੈ, ਰਾਈਟ। ਤਾਂ ਇਸ ਚੀਜ਼ ਵੱਲ ਧਿਆਨ ਦਿਆ ਜੇ, ਇਹ ਚੀਜ਼ਾਂ ਬਹੁਤ ਇੰਪੋਰਟੈਂਟ ਹੋ ਜਾਂਦੀਆਂ ਆਪਣੇ ਵਾਸਤੇ, ਠੀਕ ਹੈ। ਆਪਾਂ 2 ਮਹੀਨੇ 3 ਮਹੀਨੇ ਸਟਰਗਲ ਕਰਨੀ ਆ, ਆਪਾਂ ਐਫਰਟਸ ਕਰਨੇ ਨੇ, ਸਾਰੀ ਜ਼ਿੰਦਗੀ ਨਜ਼ਾਰੇ ਲਾਂਗੇ, ਸਾਰੀ ਜ਼ਿੰਦਗੀ ਇੰਜੋਏ ਕਰਾਂਗੇ। ਤੁਸੀਂ ਆਪਣੇ ਵਾਸਤੇ ਪੜ੍ਹਨਾ ਹੈ ਬੱਚੇ, ਕਿਸੇ ਵਾਸਤੇ ਨਹੀਂ ਪੜ੍ਹਨਾ, ਹੈ ਨਾ, ਆਪਣੇ ਵਾਸਤੇ ਪੜ੍ਹਨਾ ਹੈ। ਤਾਂ ਜਿਹੜੀ ਚੀਜ਼ਾਂ, ਹਾਂਜੀ ਐਗਜ਼ੈਕਟਲੀ। ਔਰ ਇੱਕ ਚੀਜ਼ ਹੋਰ ਬੜੀ ਇੰਪੋਰਟੈਂਟ, ਜਾਂ ਆਹ 2 ਮਹੀਨੇ 3 ਮਹੀਨੇ 4 ਮਹੀਨੇ ਸਾਲ ਐਸ਼ ਕਰਦੇ ਰਹੋ ਤੇ ਸਾਰੀ ਉਮਰ ਫਿਰ ਉਹ ਪ੍ਰਾਈਵੇਟ ਜੌਬ ਤੇ ਉਦਾਂ ਫਿਰ ਫਿਰਦੇ ਰਹਾਂਗੇ, ਹੈ ਨਾ। ਤਾਂ ਉਸ ਤੋਂ ਤਾਂ ਆਪਾਂ ਨੂੰ ਕੋਈ ਬਚਾ ਹੀ ਨਹੀਂ ਸਕਦਾ। ਫਿਰ ਤਾਂ ਬਸ ਇਹੀ ਸੋਚਾਂਗੇ, ਇਹੀ ਦੇਖਦੇ ਰਹਾਂਗੇ, ਯਾਰ ਥੋੜਾ ਬਹੁਤ ਪੜ੍ਹ ਲੈਂਦੇ ਆ, ਹੈ ਨਾ, ਮਾੜਾ ਮੋਟਾ ਪੜ੍ਹ ਲੈਂਦੇ ਆ, ਬਣ ਗਈ ਗੱਲ ਠੀਕ ਹੈ, ਨਹੀਂ ਤਾਂ ਦੂਜੀ ਆਪਸ਼ਨ ਤਾਂ ਪਈ ਹੈ ਨਾ। ਫਿਰ ਉਹਨਾਂ ਚੀਜ਼ਾਂ ਦੇ ਸਹਾਰੇ ਰਹਿ ਜਾਾਂਗੇ ਬੱਚੇ। ਤਾਂ ਹਰ ਚੀਜ਼ ਤੁਹਾਡੇ ਤੇ ਡਿਪੈਂਡ ਕਰਦੀ ਹੈ, ਦਾ ਬਾਲ ਇਜ਼ ਇਨ ਯੋਰ ਕੋਰਟ, ਹੈ ਨਾ। ਉਹ ਸਾਰੀ ਗੇਮ ਤੁਹਾਡੇ ਹੱਥ ਹੈ, ਤੁਸੀਂ ਕਿੱਦਾਂ ਲੈ ਕੇ ਜਾਣੀ ਹੈ। 2 ਮਹੀਨੇ ਤਪੱਸਿਆ ਕਰਨੀ ਹੈ ਤੇ ਸਾਰੀ ਜ਼ਿੰਦਗੀ ਨਜ਼ਾਰੇ ਲੈਣੇ ਹੈ, ਕਿ ਆਹ 2-3 ਮਹੀਨੇ ਨਜ਼ਾਰੇ ਲੈਣੇ ਹੈ ਤੇ ਸਾਰੀ ਉਮਰ ਤਪੱਸਿਆ ਕਰਨੀ ਹੈ ਨਾ। ਸਾਰਾ ਕੁਝ ਤੁਹਾਡੇ ਹੱਥ ਹੈ, ਰਾਈਟ। ਆਪਾਂ ਆਪਣੇ ਜਿਹੜੇ
ਇਸ ਕੋਰਸ ਦੇ ਵਿੱਚ, ਠੀਕ ਹੈ, ETT ਪੇਪਰ 2 994 ਦੀ ਪੋਸਟਾਂ ਦੇ ਵਿੱਚ ਜੋ ਮੈਂ ਆਪਣੇ ਐਂਡ ਤੇ ਡਿਸਕਸ ਕਰਾਂਗਾ, SG ਸਰ ਜੋ ਡਿਸਕਸ ਕਰਨਗੇ ਉਹ ਫਿਜ਼ਿਕਸ ਕੈਮਿਸਟਰੀ ਵਾਲਾ ਪਾਰਟ ਹੋਣ ਵਾਲਾ ਹੈ। ਔਰ ਸੋਸ਼ਲ ਸਟੱਡੀਜ਼ ਦੇ ਵਿੱਚ ਬੱਚੇ ਜਿਹੜੀ ਚੀਜ਼ਾਂ ਆਪਾਂ ਡਿਸਕਸ ਕਰਾਂਗੇ that is about polity, that is all about geography ਜਿਹਨੂੰ ਭੂਗੋਲ ਕਹਿ ਦਿੰਦੇ ਆ, ਔਰ ਇਕਨੋਮਿਕਸ ਅਰਥਸ਼ਾਸਤਰ। ਠੀਕ ਹੈ, 5994 ਦਾ ਸਿਲੇਬਸ ਤੁਹਾਨੂੰ ਸਭ ਨੂੰ ਪਤਾ ਹੈ। ਠੀਕ ਹੈ, ਮੈਂ ਥੋੜਾ ਬਹੁਤ ਤੁਹਾਡੇ ਨਾਲ ਡਿਸਕਸ ਵੀ ਕਰ ਦੂੰਗਾ। ਔਰ ਆਪਣੀ ਅਪਰੋਚ ਕੀ ਰਹਿਣ ਵਾਲੀ ਹੈ ਬੱਚੇ, ਸਭ ਤੋਂ ਪਹਿਲੇ ਸਭ ਤੋਂ ਇੰਪੋਰਟੈਂਟ ਚੀਜ਼, ਹਰ ਇੱਕ ਚੈਪਟਰ ਪਹਿਲੇ ਤਾਂ ਸਬਜੈਕਟਿਵ ਸਟੱਡੀ ਕਰਾਂਗੇ। ਇੱਕ ਚੀਜ਼ ਧਿਆਨ ਰੱਖਿਓ, ਬੜੇ ਬੱਚਿਆਂ ਦੇ ਮਾਈਂਡ 'ਚ ਨਾ ਇਹ ਚੀਜ਼ ਆਉਂਦੀ ਹੈ ਕਿ ਸਰ ਕਿੰਨਾ ਕੁ ਪੜ੍ਹਨਾ। ਮੈਂ ਤੁਹਾਡੇ ਨਾਲ ਕੁਐਸਚਨ ਮੈਂ ਖੁਦ ਆਬਜ਼ਰਵ ਕਰ ਰਿਹਾ, ਸਮਝ ਲਓ ਕਿ ਤੁਸੀਂ ਕੀ ਸੋਚਦੇ ਹੋਵੋਗੇ। ਠੀਕ ਹੈ, ਔਰ ਮੈਂ ਉਹਨਾਂ ਦੇ ਆਨਸਰ ਦੇਣ ਦੀ ਕੋਸ਼ਿਸ਼ ਕਰੂੰਗਾ। ਸਰ ਆਪਾਂ ਪੜਾਂਗੇ ਕਿੱਦਾਂ, ਕਿੰਨਾ ਕੁ ਪੜ੍ਹਨਾ ਇਨਫ ਹੈ? ਸਰ ਡੇਲੀ ਦਾ ਟਾਈਮ ਟੇਬਲ ਕੀ ਹੋਣਾ ਚਾਹੀਦਾ ਹੈ ਸਾਡਾ? ਸਰ ਟਾਈਮ ਟੇਬਲ ਬਣਾ ਦਿਓ, ਕਿੰਨੇ ਘੰਟੇ ਪੜ੍ਹ ਲਈਏ ਬਹੁਤ ਹੈ। ਏਦਾਂ ਦੇ ਕੁਐਸਚਨ, ਬੜੇ ਬੇਸਿਕ ਕੁਐਸਚਨ, ਐਂਡ ਆਈ ਹੋਪ ਕਿ ਤੁਸੀਂ ਇਹ ਚੀਜ਼ ਜ਼ਰੂਰ ਤੁਹਾਡੇ ਮਾਈਂਡ 'ਚ ਆ ਰਹੀ ਹੋਏਗੀ, ਹੈ ਨਾ। ਪਹਿਲੀ ਚੀਜ਼ ਤਾਂ ਬੱਚੇ, ਜਿੰਨਾ ਮੈਂ ਤੁਹਾਨੂੰ ਇੱਥੇ ਕਰਵਾਊਂਗਾ ਉਹ ਮੋਰ ਦੈਨ ਅਨਫ ਹੋਏਗਾ। ਆਪਾਂ ਕੋਈ UPSC ਦਾ ਐਗਜ਼ਾਮ ਨਹੀਂ ਕਰੈਕ ਕਰਨ ਜਾ ਰਹੇ, ਆਪਾਂ ETT ਪੇਪਰ 2 ਦੀ ਤਿਆਰੀ ਕਰਨ ਜਾ ਰਹੇ ਹਾਂ। ਤਾਂ ਬੱਚੇ ਜਿੰਨੀ ਰਿਕੁਆਇਰਮੈਂਟ ਹੈ ਓਨਾ ਪੜਾਂਗੇ। ਠੀਕ ਹੈ, ਜਿੰਨੀ ਰਿਕੁਆਇਰਮੈਂਟ ਹੈ ਓਨੀ ਸਟੱਡੀ ਕਰਾਂਗੇ। ਮੇਰੇ ਸੈਸ਼ਨ ਦੇ ਵਿੱਚ ਖਾਸ ਕਰਕੇ ਇੱਕ ਚੀਜ਼ ਤੁਹਾਨੂੰ ਦੇਖਣ ਨੂੰ ਮਿਲੇਗੀ, ਬੱਚਿਆਂ ਦੇ ਨਾ ਮਾਈਂਡ 'ਚ ਕੁਐਸਚਨ ਆਉਂਦਾ, ਸਰ ਕਿੰਨੇ ਟਾਈਮ ਘਰੇ ਪੜ੍ਹੀਏ ਨੂੰ ਕਿਵੇਂ ਕਰੀਏ? ਬੱਚੇ ਆਪਾਂ ਕਲਾਸ 'ਚ ਹੀ ਯਾਦ ਕਰ ਲਾਂ। 66 35 ਦੇ ਅਗਰ ਸਟੂਡੈਂਟ ਜਿਹੜੇ ਸਿਲੈਕਟ ਹੋਏ ਆ ਡ੍ਰੀਮਸ ਤੋਂ, ਤੁਹਾਡੇ ਟੱਚ ਵਿੱਚ ਕੋਈ ਵੀ ਬੱਚਾ ਹੈ ਜਾਂ ਤੁਹਾਨੂੰ ਕੋਈ ਪਤਾ ਹੈ, ਤੁਸੀਂ ਉਹਨਾਂ ਨੂੰ ਪੁੱਛ ਕੇ ਦੇਖ ਲਿਓ। ਠੀਕ ਹੈ, ਵੀ SG ਸਰ ਦੀ ਕਲਾਸ ਦੇ ਵਿੱਚ ਕਿੱਦਾਂ ਹੁੰਦਾ, ਕੀ ਚੀਜ਼ ਹੈ, ਤੁਹਾਨੂੰ A to Z ਪਤਾ ਲੱਗ ਜਾਊਗਾ। ਠੀਕ ਹੈ, ਦੂਜੀ ਚੀਜ਼, ਪਹਿਲਾ ਕੰਮ ਹੈ ਟੌਪਿਕ ਵਾਈਜ਼ ਸਿਲੇਬਸ ਚੱਕਾਂਗੇ, ਟੌਪਿਕ ਵਾਈਜ਼ ਉਹਦਾ ਸਬਜੈਕਟਿਵ ਡਾਟਾ ਸਟੱਡੀ ਕਰਾਂਗੇ। ਕਿੰਨਾ ਸਟੱਡੀ ਕਰਨਾ ਹੈ ਬੱਚੇ, ਇਹ ਤਾਂ ਫਿਰ ਮੈਂ ਕਲਾਸ ਦੇ ਵਿੱਚ ਹੀ ਦੱਸ ਪਾਊਂਗਾ ਨਾ। ਠੀਕ ਹੈ, ਬੁੱਕਸ ਦੇ ਵਿੱਚ ਤਾਂ ਡਾਟਾ ਬਹੁਤ ਹੈ, ਬੁੱਕਸ ਖੋਲ ਕੇ ਬੈਠ ਜਾਓਗੇ, ਹੈ ਨਾ। ਜਿਹੜੇ ਬੱਚੇ ਇਹ ਸੋਚਦੇ ਆ ਨਾ ਸਰ ਅਸੀਂ ਬੁੱਕਸ ਦੇ ਵਿੱਚ ਵੀ ਡਾਟਾ ਪੜ੍ਹ ਲਾਂਗੇ, ਪੜ੍ਹ ਸਕਦੇ ਹੋ, ਕੋਈ ਤੁਹਾਨੂੰ ਰੋਕ ਨਹੀਂ ਸਕਦਾ, ਕੋਈ ਤੁਹਾਨੂੰ ਬਾਉਂਡ ਨਹੀਂ ਕਰ ਸਕਦਾ ਵੀ ਹਾਂਜੀ ਇੱਥੇ ਹੀ ਪੜ੍ਹੋ, ਆਹੀ ਤੁਸੀਂ ਕੋਚਿੰਗ ਲਓ, ਏਦਾਂ ਕਰੋ, ਨਹੀਂ। ਪਰ ਬੱਚੇ ਇੱਕ ਚੀਜ਼ ਸੋਚੋ ਵੀ ਅਗਰ ਕੋਈ ਬੱਚਾ ਇੰਸਟੀਚਿਊਟ ਤੇ, ਕਿਸੇ ਵੀ ਇੰਸਟੀਚਿਊਟ ਤੇ ਪੜ੍ਹ ਰਿਹਾ, ਇਟ ਮੀਨਸ ਉਹਦੇ ਪਿੱਛੇ ਇੱਕ ਟੀਮ ਉਹਨਾਂ ਵਾਸਤੇ ਐਫਰਟਸ ਕਰ ਰਹੀ ਹੈ, ਉਹਨਾਂ ਦੀ ਸਿਲੈਕਸ਼ਨ ਵਾਸਤੇ ਐਫਰਟਸ ਕਰ ਰਹੀ ਹੈ, ਰਾਈਟ। ਤਾਂ ਕਿੰਨਾ ਪੜ੍ਹਨਾ ਹੈ, ਕਿੰਨਾ ਇਨਫ ਹੈ ਬੱਚੇ, ਇਹ ਤਾਂ ਫਿਰ ਅਸੀਂ ਦੱਸ ਸਕਦੇ ਹਾਂ, ਰਾਈਟ। ਤਾਂ ਟੌਪਿਕ ਵਾਈਜ਼ ਸਬਜੈਕਟਿਵ ਡਾਟਾ, ਔਰ ਨਾਲ ਦੀ ਨਾਲ ਜਿਵੇਂ ਹੀ ਉਹ ਟੌਪਿਕ ਖਤਮ ਹੋਏਗਾ, ਲਾਈਕ ਆਪਾਂ ਸਾਇੰਸ ਸਟਾਰਟ ਕੀਤੀ, ਸਾਇੰਸ ਦੇ ਵਿੱਚ ਕੈਮਿਸਟਰੀ ਸਟਾਰਟ ਕੀਤੀ, ਜਿਵੇਂ ਹੀ ਉਹਦਾ ਇੱਕ ਟੌਪਿਕ ਸਬਜੈਕਟਿਵ ਡਾਟਾ ਓਵਰ ਹੋਏਗਾ, ਨਾਲ ਦੀ ਨਾਲ ਉਹਦੇ ਆਬਜੈਕਟਿਵ ਸਟੱਡੀ ਕਰਾਂਗੇ। ਔਰ ਉਹ ਆਬਜੈਕਟਿਵ ਇੰਨੇ ਕੁ ਇੰਪੋਰਟੈਂਟ ਹੋਣਗੇ ਕਿ ਤੁਹਾਨੂੰ ਐਗਜ਼ਾਮ ਦੇ ਵਿੱਚ ਬਹੁਤ ਜ਼ਿਆਦਾ ਹੈਲਪ ਕਰਨ ਵਾਲੇ ਹੈ, ਟਰਸਟ ਮੀ। ਠੀਕ ਹੈ, ਟਰਸਟ ਫੈਕਟਰ ਬੜਾ ਇੰਪੋਰਟੈਂਟ ਹੈ। ਆਪਾਂ ਕੀ ਕਰਦੇ ਹਾਂ, ਮੈਂ ਤੁਹਾਨੂੰ ਦੱਸਦਾ, ਨਾਲ ਮੈਂ ਤੁਹਾਡੇ ਨਾਲ ਉਹ ਚੀਜ਼ਾਂ ਵੀ ਡਿਸਕਸ ਕਰੂੰਗਾ। ਠੀਕ ਹੈ, ਇਹ ਆਪਾਂ ਸਾਇੰਸ SST ਸਾਰਾ ਏਦਾਂ ਹੀ ਪੜ੍ਹਦੇ ਜਾਵਾਂਗੇ। ਆਪਾਂ ਨਾ ਬਹੁਤ ਵਾਰ ਕੀ ਚੀਜ਼ਾਂ ਕਰਦੇ ਹਾਂ, ਆਪਾਂ ਕਰਦੇ ਹਾਂ ਜੀ ਹਾਂਜੀ ਯਾਰ ਉੱਥੇ ਨਾ ਆ ABC ਨਾਮ ਦਾ ਇੰਸਟੀਚਿਊਟ ਹੈ ਜੀ, ਸਰ ਫੀਸ ਹੀ ਬੜੀ ਘੱਟ ਹੈ, ਕਿਆ ਬਾਤ ਹੈ, ਮਜ਼ਾ ਆ ਗਿਆ। ਬੱਚੇ ਠੀਕ ਹੈ, ਮੈਂ ਤੁਹਾਨੂੰ ਉਹ ਐਕਸਪੀਰੀਅੰਸ ਦੱਸ ਰਿਹਾ, ਜਿਹੜੇ ਬੱਚੇ ਕਈ ਵਾਰੀ ਮੇਰੇ ਨਾਲ ਸ਼ੇਅਰ ਕਰ ਲੈਂਦੇ ਆ, ਸਰ ਅਸੀਂ ਤਾਂ ਜੀ ਉੱਥੇ ਹਾਫ ਪੇ ਕਰਤਾ, ਆ ਕਰਤਾ, ਹੈ ਨਾ, ਫੀਸ ਤਾਂ ਬਹੁਤ ਘੱਟ ਸੀ, ਪਰ ਸਰ ਫਸ ਗਏ। ਕਿਸ ਤਰ੍ਹਾਂ ਫਸੇ? ਉਹਨਾਂ ਨੇ ਕੀ ਕੀਤਾ ਜੀ, ਲੋ ਜੀ ਰਿਕਾਰਡਿਡ ਪੜ੍ਹੀ ਚੱਲੋ, ਆ ਕਰੀ ਚੱਲੋ, ਠੀਕ ਹੈ। ਦੂਜੀ ਗੱਲ, ਸਰ ਸਮਝ ਹੀ ਨਹੀਂ ਆ ਰਿਹਾ, ਡੈਮੋ ਦੇ ਵਿੱਚ ਤਾਂ ਸਰ ਉਹਨਾਂ ਨੇ ਤਾਂ ਜਾਨ ਲਾਤੀ ਸੀ, ਪਰ ਹੁਣ ਤਾਂ ਸਰ ਪਤਾ ਹੀ ਨਹੀਂ ਲੱਗ ਰਿਹਾ। ਬੱਚੇ ਏਦਾਂ ਹੀ ਹੁੰਦਾ। ਠੀਕ ਹੈ, ਮੈਂ ਤੁਹਾਨੂੰ ਡੈਮੋ ਸੈਸ਼ਨਸ ਦੇ ਵਿੱਚ ਡ੍ਰੀਮਸ ਦੀ ਜਿੰਨੀ ਵੀ ਫੈਕਲਟੀ ਸਾਰੀ ਬਹੁਤ ਮਾਇਰ ਹੈ, ਭਾਵੇਂ ਉਹ 23 64 ਦਾ ਬੈਚ ਹੋਵੇ, ਭਾਵੇਂ ਉਹ 66 35 ਦੀ ਭਰਪੂਰ ਸਿਲੈਕਸ਼ਨ ਹੋਵੇ। ਠੀਕ ਹੈ, ਨੰਬਰ ਆਫ ਸਟੂਡੈਂਟਸ ਮਤਲਬ ਕਾਊਂਟੇਬਲ ਵੀ ਨਹੀਂ ਹੈ। ਡਾਟਾ ਜਿਹੜਾ ਤੁਹਾਨੂੰ ਜ਼ਰੂਰ 250 ਪਲੱਸ 300 ਪਲੱਸ ਦੇਖਣ ਨੂੰ ਮਿਲ ਰਿਹਾ, ਪਰ ਉਹ ਡਾਟਾ ਐਕਚੁਅਲ ਦੇ ਵਿੱਚ ਨਹੀਂ ਹੈ। ਡਾਟਾ ਇਸ ਤੋਂ 2 ਗੁਣਾ ਵੀ, 2 ਗੁਣਾ ਲਗਾ ਲਓ, 3 ਗੁਣਾ ਹੈ ਜੋ ਮੈਂ ਸੋਚਦਾ। ਕਿਉਂਕਿ ਬਹੁਤ ਸਾਰੇ ਬੱਚੇ ਸੀ ਜਿਹੜੇ ਕਹਿੰਦੇ ਸੀ ਵੀ ਸਰ ਡ੍ਰੀਮਸ ਦਾ ਬਸ ਮਟੀਰੀਅਲ ਦੇ ਦਿਓ, ਅਸੀਂ ਪੜ੍ਹ ਲਾਂਗੇ। ਜਿਹੜਾ ਇੱਕ ਬੱਚੇ ਨਾਲ 3 ਬੱਚੇ ਪੜ੍ਹ ਰਹੇ ਹੈ, ਬਹੁਤ ਏਦਾਂ ਦੀ ਚੀਜ਼ਾਂ ਤੁਹਾਨੂੰ ਸਭ ਨੂੰ ਪਤਾ ਹੀ ਹੋਏਗਾ, ਹੈ ਨਾ। ਤਾਂ ਇਸ ਕਰਕੇ ਤੁਸੀਂ ਇੱਕ ਮੇਨ ਚੀਜ਼ ਤੇ ਫੋਕਸ ਕਰਿਓ, ਮੇਨ ਚੀਜ਼ ਤੇ ਫੋਕਸ ਕਰਿਓ ਵੀ ਜਿੰਨਾ ਵੀ ਪੜਾਂਗੇ ਬਹੁਤ ਇੰਪੋਰਟੈਂਟ ਡਾਟਾ ਪੜਾਂਗੇ, ਫਾਲਤੂ ਦੀ ਡਿਸਕਸ਼ਨ ਕੁਝ ਨਹੀਂ ਕਰਾਂਗੇ। ਜਿੰਨਾ ਟਾਈਮ ਹੈ ਉਸ ਲਿਮਿਟਿਡ ਟਾਈਮ ਦੇ ਵਿੱਚ ਸਾਰੀਆਂ ਚੀਜ਼ਾਂ ਆਪਾਂ ਕਵਰ ਕਰਾਂਗੇ।
और नाल दी नाल ऑब्जेक्टिव डाटा भावें वो साइंस है भावें SST है ਉਹਦਾ ऑब्जेक्टिव डाटा कवर कर MCQs ਦੀ ਪ੍ਰੈਕਟਿਸ ਕਰਾਂਗੇ 23 64 66 35 ਦੋਨੋਂ ਪੇਪਰ ਸੋਲਵ ਕਰਾਂਗੇ ਆਪਾਂ ਰਿਵੀਜ਼ਨ ਮਸਟ ਹੈ ਸਭ ਤੋਂ ਇੰਪੋਰਟੈਂਟ ਮੈਂ ਸਮਝਦਾ ਇਹ ਇੱਕ ਕੀ ਫੈਕਟਰ ਹੈ ਬੱਚੇ ਜਿਹੜਾ ਕੋਈ ਵੀ ਤੁਹਾਨੂੰ ਕਲਾਸ ਦੇ ਵਿੱਚ ਨਹੀਂ ਦੱਸੂਗਾ ਰਿਵੀਜ਼ਨ ਇਜ਼ ਦਾ ਕੀ ਫੈਕਟਰ ਮੈਂ ਇਹ ਸਮਝਦਾ ਸਾਡਾ ਪੜਾਇਆ ਉਦੋਂ 100% ਹੋ ਜਾਂਦਾ ਹੈ ਜਦੋਂ ਆਪਾਂ ਰਿਵੀਜ਼ਨ ਕਰਦੇ ਅਸੀਂ ਪੜਾਤਾ ਤੁਹਾਨੂੰ ਸਮਝ ਲੱਗ ਗਈ ਇੱਕ ਵਾਰੀ ਤਾਂ ਲੱਗਦਾ ਕਲਾਸ 'ਚ ਕਿਆ ਬਾਤ ਹੈ ਯਾਰ ਇਸ ਤੋਂ ਉੱਪਰ ਤਾਂ ਯਾਰ ਟੀਚਰ ਹੀ ਨਹੀਂ ਹੈ ਨਾ ਪਰ ਰਿਵੀਜ਼ਨ ਤੋਂ ਬਿਨਾ ਬੱਚੇ ਕੋਈ ਗੱਲਬਾਤ ਨਹੀਂ ਹੈ ਜਿੰਨੀ ਸਿਲੈਕਸ਼ਨ ਹੋਈ ਹੈ ਮੈਂ ਸਮਝਦਾ ਕਿ ਡ੍ਰੀਮਸ ਨੇ ਐਫਰਟਸ ਤਾਂ ਕੀਤੇ ਹੀ ਕੀਤੇ ਹੈ ਪਰ ਬੱਚਿਆਂ ਦੇ ਐਫਰਟਸ ਬਹੁਤ ਜ਼ਿਆਦਾ ਰਹੇ ਹੈ ਉਹ ਮੋਟੀਵੇਟ ਕਰਨਾ ਉਹ ਸਾਡਾ ਕੰਮ ਹੈ ਉਸ ਅਪਰੋਚ ਉਸ ਟਰੈਕ ਤੇ ਲੈ ਕੇ ਆਣਾ ਸਾਡਾ ਕੰਮ ਹੈ ਨਾ ਇੱਕ ਜਗ੍ਹਾ ਤੋਂ ਜਾ ਰਹੇ ਹਾਂ ਇੱਕ ਜਗ੍ਹਾ ਤੋਂ ਜਾ ਰਹੇ ਹਾਂ ਰਸਤੇ ਤਾਂ ਬਹੁਤ ਸੀ ਕਹਿੰਦਾ ਬੜੇ ਰਸਤੇ ਹੈ ਆ ਇਧਰੋਂ ਸੜਕ ਜਾ ਰਹੀ ਹੈ ਇਧਰੋਂ ਜਾ ਰਹੀ ਹੈ ਆ ਇੱਕ ਹੋਰ ਸੜਕ ਜਾ ਰਹੀ ਹੈ ਇੱਥੇ 59 94 ਹੈ ਹਨਾ ਇੱਥੋਂ ਵੀ ਵਿੱਚੋਂ ਵੀ ਇੱਕ ਸੜਕਾਂ ਦੋ ਨਿਕਲ ਰਹੀਆਂ ਬੱਚੇ ਭਟਕੇ ਪਏ ਹੈ ਹਨਾ ਇੱਥੇ ਖੜੇ ਹੈ ਡਰੀ ਜਾ ਰਹੇ ਹੈ ਕਹਿੰਦੇ ਸਰ ਪੰਜਾਬੀ ਰੱਖਤੀ ਯਾਰ ਮੈਂ ਕਹਿੰਦਾ ਪੰਜਾਬੀ ਰੱਖਤੀ ਬੜੀ ਵਧੀਆ ਚੀਜ਼ ਹੈ ਇਹ ਤੁਹਾਡਾ ਫਾਇਦਾ ਹੈ ਬੱਚੇ ਅੱਜ ਨਹੀਂ ਤੁਹਾਨੂੰ ਪਤਾ ਲੱਗ ਰਿਹਾ ਇਨ ਫਿਊਚਰ ਪਤਾ ਲੱਗੇਗਾ ਪੰਜਾਬੀ ਦੇ ਮਾਹਿਰ ਜਿਹੜੇ ਟੀਚਰ ਹੈ ਠੀਕ ਹੈ ਮਾਸਟਰ ਗੁਰਮੀਤ ਸਿੰਘ ਜੀ ਤੁਹਾਨੂੰ ਪੰਜਾਬੀ ਡੀਲ ਕਰਨਗੇ ਮੈਂ ਕਹਿੰਦਾ ਕਿਆ ਬਾਤ ਪੰਜਾਬੀ ਤੁਸੀਂ ਲਗਾਓਗੇ ਤੁਸੀਂ ਵਾਕਿਆ ਹੀ ਕਹੋਗੇ ਜਿਨ੍ਹਾਂ ਨੇ ਸਟਾਰਟਿੰਗ ਦੇ 59 94 ਦੇ ਬੈਚਸ ਦੇ ਵਿੱਚ ਪੰਜਾਬੀ ਪੜ੍ਹੀ ਹੈ ਬੱਚੇ ਕਹਿ ਰਹੇ ਸੀ ਸਰ ਤੁਸੀਂ ਬਹੁਤ ਜ਼ਿਆਦਾ ਕਰਾ ਰਹੇ ਹੋ ਪਰ ਸਰ ਕਹਿ ਰਹੇ ਸੀ ਕਿ ਮੈਂ ਇਹ ਕਰਾਉਣਾ ਹੀ ਕਰਾਉਣਾ ਹੈ ਕਿਉਂਕਿ ਪੇਪਰ 'ਚ ਆਉਣਾ ਹੈ ਔਰ ਤੁਸੀਂ ਦੇਖਿਆ ਕਿ ਪੇਪਰ A ਸੈੱਟ ਕਰਤਾ ਉਹਨਾਂ ਨੇ ਪੰਜਾਬੀ 100 ਕੁਐਸਚਨ ਵੱਖਰੇ ਹੀ ਸੈੱਟ ਕਰਤੇ ਜਿਹਨੂੰ ਕੁਆਲੀਫਾਈਂਗ ਨੇਚਰ ਦੱਸਿਆ ਗਿਆ ਵੀ 100 ਚੋਂ 50 ਨੰਬਰ ਲੈਣੇ ਜ਼ਰੂਰੀ ਹੈ ਤਾਂ ਬੱਚੇ ਕਿੱਦਾਂ ਆਪਾਂ ਆ ਬਿਲਕੁਲ ਸਹੀ ਟਰੈਕ ਤੇ ਰਹਿਣਾ ਔਰ ਆਪਣੇ ਗੋਲ ਨੂੰ ਅਚੀਵ ਕਰਨਾ ਹੈ ਆਪਾਂ ਡ੍ਰੀਮਸ ਦੇ ਨਾਲ ਕਰਾਂਗੇ ਠੀਕ ਹੈ ਸਮਾਰਟ ਵਰਕ ਕਰਨਾ ਬਹੁਤ ਇੰਪੋਰਟੈਂਟ ਹੈ ਇਹ ਨਹੀਂ ਹੈ ਇਕੱਲਾ ਹਾਰਡ ਵਰਕ ਹੀ ਕੀਤੀ ਜਾ ਰਹੇ ਹੈ ਨਾ ਪੜ੍ਹੀ ਜਾ ਰਹੇ ਹਾਂ ਕਿੱਦਾਂ ਆਪਾਂ ਟ੍ਰਿਕਸ ਦੇ ਨਾਲ ਮੈਂ ਤੁਹਾਨੂੰ ਇੱਕ ਇੱਕ ਚੀਜ਼ ਬੱਚੇ ਟ੍ਰਿਕਸ ਦੇ ਨਾਲ ਕਰਵਾਉਂਗਾ ਠੀਕ ਹੈ ਬਹੁਤ ਸਾਰੀਆਂ ਟ੍ਰਿਕਸ ਹੋਣ ਵਾਲੀਆਂ ਬਹੁਤ ਮਜ਼ਾ ਆਉਣ ਵਾਲਾ ਹੈ ਔਰ ਪੋਜ਼ਿਟਿਵ ਐਟੀਟਿਊਡ ਤਾਂ ਬੱਚੇ ਬਹੁਤ ਜ਼ਿਆਦਾ ਜ਼ਰੂਰੀ ਹੈ ਨਾ ਪੜ੍ਹਦੇ ਜਾ ਰਹੇ ਹਾਂ ਕਿਸੇ ਨੇ ਕਹਿਤਾ ਪੜ੍ਹ ਲੈ ਹਾਂਜੀ ਮੈਂ ਪੜ੍ਹ ਲੈ ਕਿਸੇ ਨੇ ਕਿਹਾ ਨਾ ਪੜ੍ਹ ਠੀਕ ਹੈ ਜੀ ਮੈਂ ਨਹੀਂ ਪੜ੍ਹਦਾ ਬੱਚੇ ਇਹ ਤੁਹਾਡਾ ਸਟੈਂਡ ਨਹੀਂ ਹੈ ਖੁਦ ਸਟੈਂਡ ਲੈਣਾ ਪੈਣਾ ਖੁਦ ਉਹ ਐਫਰਟਸ ਕਰਨੇ ਪੈਣੇ ਆ ਔਰ ਇੱਕ ਚੀਜ਼ ਮੈਂ ਸ਼ੋਰ ਕਰ ਦਿੰਦਾ ਮੇਰੀ ਗੱਲ ਨੋਟ ਕਰ ਲਿਓ ਅੱਜ ਲਿਖ ਲਿਆ ਜੇ ਕਾਪੀ ਤੇ ਜਦੋਂ ਸਿਲੈਕਸ਼ਨ ਹੋ ਜੂਗੀ ਨੌਕਰੀ ਮਿਲ ਜੂਗੀ ਨਾ ਜਾਓਗੇ ਤੁਸੀਂ ਕਹੋਗੇ ਸਰ ਤੁਸੀਂ ਉਹ ਚੀਜ਼ ਸਾਨੂੰ ਦਵਾਤੀ ਵੀ ਜਿਹੜੀ ਚੀਜ਼ ਅਸੀਂ ਕਦੇ ਜ਼ਿੰਦਗੀ 'ਚ ਸੋਚ ਨਹੀਂ ਸਕਦੇ ਸੀ ਇਹ 66 35 ਦੇ ਸਿਲੈਕਟਡ ਸਟੂਡੈਂਟ ਦੀ ਕਹਾਣੀ ਹੈ ਜਿਹੜੀ ਮੈਂ ਤੁਹਾਨੂੰ ਦੱਸ ਰਿਹਾ ਕਿ ਬੱਚੇ ਕਹਿੰਦੇ ਇਸ ਤੋਂ ਵਧੀਆ ਜੌਬ ਨਹੀਂ ਔਰ ਰਿਐਲਿਟੀ ਇਸ ਤੋਂ ਵਧੀਆ ਜੌਬ ਜਿਹੜੀ ਮਰਜ਼ੀ ਜੌਬ ਨਾਲ ਕੰਪੇਅਰ ਕਰ ਲਿਓ ਠੀਕ ਹੈ ਨੈਗੇਟਿਵਿਟੀ ਤੋਂ ਦੂਰ ਰਹਿਣਾ ਪੈਣਾ ਜਿਹੜੇ ਬੰਦੇ ਤੁਹਾਨੂੰ ਰੋਕਦੇ ਆ ਨਾ ਆ ਚੀਜ਼ ਏਦਾਂ ਨਾ ਕਰੋ ਆ ਨਾ ਕਰੋ ਉਹਨਾਂ ਤੋਂ ਦੂਰ ਰਹਿਣਾ ਪੈਣਾ ਬੱਚੇ ਇਸ ਤੋਂ ਬਿਨਾ ਕੋਈ ਹੱਲ ਨਹੀਂ ਪੋਜ਼ਿਟਿਵ এনवायरमेंट ਕ੍ਰੀਏਟ ਕਰਨਾ ਪੈਣਾ ਠੀਕ ਹੈ ਔਰ ਆਪਣਾ ਡੇਲੀ ਦਾ ਸ਼ਡਿਊਲ ਬੱਚੇ ਤੁਹਾਨੂੰ ਖੁਦ ਬਣਾਉਣਾ ਪਏਗਾ ਮੈਂ ਸਟਾਰਟਿੰਗ ਤੇ ਕੁਐਸਚਨ ਕੀਤਾ ਸੀ ਨਾ ਕਿਉਂਕਿ ਤੁਸੀਂ ਜਾਣਦੇ ਹੋ ਤੁਹਾਡੀ ਵੀਕਨੈਸ ਕਿਹੜਾ ਵੀਕ ਸਬਜੈਕਟ ਹੈ ਤੁਸੀਂ ਜਾਣਦੇ ਹੋ ਤੁਹਾਡਾ ਸਟਰੋਂਗ ਪੁਆਇੰਟ ਕਿਹੜਾ ਹੈ ਠੀਕ ਹੈ ਇਹ ਤੁਹਾਨੂੰ ਖੁਦ ਨੂੰ ਡਿਵੈਲਪ ਕਰਨਾ ਪਏਗਾ ਡੇਲੀ ਦਾ ਸ਼ਡਿਊਲ ਬਣਾਓ ਸਬਜੈਕਟ ਲਿਖੋ ਇੱਕ ਪੇਜ ਤੇ ਠੀਕ ਹੈ ਜੀ ਜਿਵੇਂ ਮੰਨ ਲਓ ਇੱਥੇ ਸਾਇੰਸ ਨੋਟ ਕਰ ਲਿਆ SS ਨੋਟ ਕਰ ਲਿਆ ਤਾਂ ਤੁਹਾਡੇ ਡੇਲੀ ਦੇ ਸਬਜੈਕਟ ਤੁਹਾਡੇ ਲਿਖੇ ਹੋਣੇ ਚਾਹੀਦੇ ਆ ਮੈਂ ਅੱਜ ਆਹ ਟੌਪਿਕ ਪੜ੍ਹਨਾ ਅੱਜ ਦੇ ਦਿਨ 'ਚ ਕਹਿੰਦੇ ਕਿੰਨੇ ਘੰਟੇ ਸਰ ਪੜ੍ਹੀਏ 7 ਘੰਟੇ ਪੜ੍ਹਦੇ ਪਏ ਆ ਬਹੁਤ ਹੈ ਬੱਚੇ 7 ਘੰਟੇ 8 ਘੰਟੇ ਮੈਂ ਤੁਹਾਨੂੰ ਇੱਕ ਚੀਜ਼ ਪੁੱਛਣਾ ਚਾਹੁੰਦਾ ਉਹ ਸਾਰੇ ਬੱਚਿਆਂ ਨੂੰ ਮੈਂ ਕੁਐਸਚਨ ਕਰਨਾ ਚਾਹੁੰਦਾ ਕਿ ਉਹ 7 ਘੰਟੇ ਤੁਸੀਂ ਪ੍ਰੋਪਰ ਸਟੱਡੀ ਵਾਲੇ ਮੈਨੂੰ ਕਹਿ ਰਹੇ ਹੋ ਜਾਂ 4 ਘੰਟੇ ਵਿੱਚ ਟਾਈਮ ਪਾਸ ਵਾਲੇ ਕਿਉਂ ਮੈਂ ਕਹਿ ਰਿਹਾ ਮੇਰੇ ਗੱਲ ਨੂੰ ਧਿਆਨ ਨਾਲ ਸੁਣਿਓ ਤੁਸੀਂ ਕਦੇ ਆਬਜ਼ਰਵ ਕਰਿਓ ਕਿ ਤੁਸੀਂ ਪ੍ਰੈਜ਼ੈਂਟ 'ਚ ਰਹਿੰਦੇ ਹੋ ਜਦੋਂ ਤੁਸੀਂ ਪੜ੍ਹਨ ਬੈਠਦੇ ਹੋ ਕਿ ਤੁਹਾਡਾ 100% ਮਾਈਂਡ ਜਿਹੜਾ ਉਹਦੇ ਵਿੱਚ ਹੈ ਜੋ ਤੁਸੀਂ ਪੜ੍ਹ ਰਹੇ ਹੋ ਨਹੀਂ ਹੋਏਗਾ ਇਹ ਮੇਰੀ ਗਾਰੰਟੀ ਹੈ ਮੈਡੀਟੇਸ਼ਨ ਇਜ਼ ਮਸਟ ਮੈਡੀਟੇਟ ਕਰੋ ਮਾਈਂਡ ਨੂੰ ਫੋਕਸ ਕਰੋ ਭਾਵੇਂ 4 ਘੰਟੇ ਪੜੋ ਔਰ 4 ਘੰਟੇ ਸਿਲੈਕਟਿਵ ਸਟੱਡੀ ਪਰਫੈਕਟ ਸਟੱਡੀ ਹੋਣੀ ਚਾਹੀਦੀ ਹੈ ਮਾਈਂਡ ਪ੍ਰੋਪਰ ਸਟੱਡੀ 'ਚ ਹੋਣਾ ਚਾਹੀਦਾ ਹੈ ਬਹੁਤ ਮੈਟਰ ਕਰੇਗਾ ਇਹ ਚੀਜ਼ ਠੀਕ ਹੈ ਆਪਾਂ 8 ਘੰਟੇ ਬੱਚੇ 8 ਘੰਟੇ ਉਹ ਕਿਹੜੇ ਕਹਿ ਰਹੇ ਆ ਮੇਰੀ ਗੱਲ ਨੂੰ ਤੁਸੀਂ ਅਜਮਾ ਕੇ ਦੇਖ ਲਿਓ 8 ਘੰਟੇ ਦੇ ਵਿੱਚ 4 ਘੰਟੇ ਇਹੋ ਜਿਹੇ ਹੋਣਗੇ 4 ਘੰਟੇ ਤੋਂ ਵੀ ਜ਼ਿਆਦਾ 5 ਘੰਟੇ ਇਹੋ ਜਿਹੇ ਹੋਣਗੇ ਤੁਹਾਡਾ ਮਾਈਂਡ ਡਾਇਵਰਟ ਹੋਏਗਾ ਨਾਲ ਦੀ ਨਾਲ ਫੋਨ ਪਿਆ WhatsApp ਆਇਆ ਲੋ ਜੀ ਗਰੁੱਪ 'ਚ ਮੈਸੇਜ ਆ ਗਿਆ ਲੋ ਜੀ ਟੈਲੀਗ੍ਰਾਮ ਤੇ ਇਹ ਦੂਜੇ ਇੰਸਟੀਚਿਊਟ ਦੀ ਨਾ ਫਾਈਲ ਆ ਗਈ ਸਰ ਪੜਨ ਬੈਠ ਕੇ
वाह जी वाह, इन्हां दा मटीरियल भी पढ़ लीए। लो जी इधरों भी एक फाइल आ गई सर, आ भी पढ़ लीए। बच्चे की कर रहे हैं आपां, ਜਦੋਂ ਆਪਾਂ ਜਿੱਥੇ ਪੜ੍ਹ ਰਹੇ ਹਾਂ ਜਦੋਂ ਤੱਕ ਉਹਦੇ ਤੇ 100% ਟਰਸਟ ਨਹੀਂ ਕਰਾਂਗੇ ਬੱਚੇ ਸਿਲੈਕਸ਼ਨ ਨਹੀਂ ਹੋ ਪਾਏਗੀ। ਠੀਕ ਹੈ, ਕੋੜਾ ਸੱਚ ਹੈ ਜਿਹੜਾ ਮੈਂ ਤੁਹਾਡੇ ਨਾਲ ਡਿਸਕਸ ਕਰ ਰਿਹਾ। ਸਿਲੈਕਸ਼ਨ ਲੈਣੀ ਹੈ, ਇੱਕ ਪਾਸੇ ਫੋਕਸ ਰਹੋ। ਜਿੰਨਾ ਮਰਜ਼ੀ ਮਟੀਰੀਅਲ ਕਿਸੇ ਇੰਸਟੀਚਿਊਟ ਕਿੱਥੋਂ ਮਿਲੀ ਜੀ ਉਹਨੂੰ ਸਾਈਡ ਕਰ ਦਿਓ। ਇੱਕ ਹੀ ਟੌਪਿਕ ਨੂੰ 5-5 ਜਗ੍ਹਾ ਤੋਂ ਪੜ੍ਹਦੇ ਜਾਓਗੇ ਤਾਂ ਬੱਚੇ ਕੀ ਫਾਇਦਾ ਹੋਏਗਾ। ਉਹਨਾਂ ਨੇ 2 ਪੁਆਇੰਟ ਆ ਦੱਸਤੇ, ਫਿਰ ਤੁਸੀਂ ਕੀ ਕਰੋਗੇ ਸਰ ਇਹਦੇ ਵਿੱਚ ਤੁਸੀਂ ਤਾਂ ਡਾਟਾ ਆ ਕਰਵਾਇਆ ਹੈ, ਇਹ ਵਾਲੀ ਇੰਸਟੀਚਿਊਟ ਜਾਂ ਆਹ ਫਾਈਲ ਦੇ ਵਿੱਚ ਡਾਟਾ ਆ ਹੈ, ਸਰ ਦੱਸੋ ਕਿਹੜਾ ਸਹੀ ਹੈ। ਬੱਚੇ ਮੈਂ ਇਹ ਕਹਿ ਰਿਹਾ ਜੋ ਅਸੀਂ ਕਰਵਾ ਰਹੇ ਹਾਂ ਪਰਫੈਕਟ ਹੈ। ਠੀਕ ਹੈ, ਇਸ ਕਰਕੇ ਬਿਲਕੁਲ ਫੋਕਸਡ ਹੋ ਕੇ ਤਿਆਰੀ ਕਰਨੀ ਹੈ। ਓਨਾ ਟਾਈਮ ਪੜ੍ਹਨਾ ਦਿਨ 'ਚ ਜਿੰਨੀ ਟਾਈਮ ਤੁਸੀਂ ਆਪਣਾ ਜਿਹੜਾ ਟਾਈਮ ਟੇਬਲ ਮਿੱਥਿਆ ਸੈੱਟ ਕੀਤਾ, ਜਦੋਂ ਤੱਕ ਉਹ ਕਵਰ ਨਹੀਂ ਹੋ ਜਾਂਦਾ ਓਨਾ ਟਾਈਮ ਪੜ੍ਹਨਾ। ਠੀਕ ਹੈ ਜੀ, ਓਨਾ ਟਾਈਮ ਤੁਸੀਂ ਸਟੱਡੀ ਕਰਨੀ ਹੀ ਕਰਨੀ ਹੈ। ਇਹ ਤੁਹਾਡਾ ਡੇਲੀ ਦਾ ਸ਼ਡਿਊਲ ਹੋਣਾ ਚਾਹੀਦਾ। ਠੀਕ ਹੈ, ਐਂਡ ਆਈ ਹੋਪ ਕਿ ਤੁਹਾਨੂੰ ਉਹ ਸਾਰੇ ਕੁਐਸਚਨਸ ਦੇ ਆਨਸਰ ਮਿਲ ਗਏ ਹੋਣਗੇ। ਠੀਕ ਹੈ, ਸਟਿਲ ਤੁਹਾਨੂੰ ਕਿਸੇ ਵੀ ਕੁਐਸਚਨ ਦੇ ਵਿੱਚ ਕਿਸੇ ਵੀ ਕੋਈ ਵੀ ਕੁਐਸਚਨ ਮਾਈਂਡ 'ਚ ਰਾਈਜ਼ ਹੋਏ ਹਨ, ਕੋਈ ਵੀ ਡਾਊਟ ਕ੍ਰੀਏਟ ਹੋਏ ਤਾਂ 730 10099 ਅਕੈਡਮੀ ਦਾ ਨੰਬਰ ਹੈ, ਤੁਸੀਂ ਕਿਸੇ ਵੀ ਟਾਈਮ ਕਾਲ ਕਰ ਸਕਦੇ ਹੋ। ਠੀਕ ਹੈ, ਕੰਟੈਕਟ ਕਰ ਸਕਦੇ ਐਂਡ ਬੀ ਪੋਜ਼ਿਟਿਵ। ਰਾਈਟ, ਕਹਿੰਦਾ ਔਰ ਇੱਕ ਚੀਜ਼ ਆ ਮਤਲਬ ਜਦੋਂ ਵੀ ਮੈਂ ਡਿਸਕਸ ਕੀਤਾ ਤੁਸੀਂ ਕਿਸੇ ਤੋਂ ਵੀ ਪੁੱਛ ਸਕਦੇ ਹੋ ਕਿ ਜਦੋਂ ਵੀ ਆਪਾਂ ਪੜਾਂਗੇ ਨਾ ਬਿਲਕੁਲ ਜ਼ੀਰੋ ਤੋਂ ਸਟਾਰਟ ਕਰਾਂਗੇ। ਕਿਉਂਕਿ ਮੈਂ ਸਮਝ ਸਕਦਾ ਉਹ ਸਾਰੇ ਬੱਚਿਆਂ ਦੀ ਕਹਾਣੀ ਜਿਨ੍ਹਾਂ ਨੇ ਸਾਇੰਸ ਨਹੀਂ ਪੜ੍ਹੀ ਹੈ ਨਾ, ਉਹਨਾਂ ਸਾਰਿਆਂ ਦਾ ਇੱਕ ਹੀ ਹੱਲ ਹੈ ਐਸਜੀ ਕਲਾਸਿਸ, ਡ੍ਰੀਮਸ ਇੰਸਟੀਚਿਊਟ। ਠੀਕ ਹੈ, ਉਹਦਾ ਇੱਕ ਹੀ ਹੱਲ, ਕਿਉਂਕਿ ਜਦੋਂ ਆਪਾਂ ਉਹ ਵਰਡਸ ਉਹ ਚੀਜ਼ਾਂ ਦੇਖਦੇ ਆ ਨਾ ਬੁੱਕਸ ਦੇ ਵਿੱਚ, ਬੁੱਕ ਤਾਂ ਤੁਸੀਂ ਨਾਲ ਦੀ ਨਾਲ ਬੰਦ ਹੀ ਕਰ ਦਿੰਦੇ ਹੋ ਮੈਨੂੰ ਪਤਾ। ਠੀਕ ਹੈ, ਨਹੀਂ ਪੜ੍ਹ ਸਕਦੇ, ਉਹ ਚੀਜ਼ਾਂ ਨਹੀਂ ਕਵਰ ਕਰ ਸਕਦੇ। ਠੀਕ ਹੈ, ਬਿਲਕੁਲ ਜ਼ੀਰੋ ਤੋਂ ਚੱਕਾਂਗੇ, ਸਾਇੰਸ ਦੀ ABC ਸਿੱਖਾਂਗੇ, ਪੇਪਰ ਦੇ ਵਿੱਚ ਇੰਨੇ ਕੁ ਕਾਬਿਲ ਹੋ ਜਾਾਂਗੇ ਤੁਸੀਂ ਕਹੋਗੇ ਸਰ ਆ 20 ਕੁਐਸਚਨ ਸੀ ਨਾ ਤੇ ਅਸੀਂ 20 ਦੇ ਵਿੱਚੋਂ 20 ਕਰਕੇ ਆਏ ਆ ਸਰ, ਔਰ ਇੰਨੇ ਕੁ ਕੌਨਫੀਡੈਂਸ ਨਾਲ ਕਹਿ ਸਕਦੇ ਹਾਂ ਕਿ ਅਸੀਂ ਸਿਲੈਕਸ਼ਨ ਲੈ ਲਾਂਗੇ। ਮੇਰਾ ਚੈਲੰਜ ਹੈ, ਇਹ ਮੇਰਾ ਪ੍ਰੋਮਿਸ ਹੈ ਤੁਹਾਡੇ ਨਾਲ। ਇਹ ਚੀਜ਼ ਉਹ ਹਰ ਇੱਕ ਨੌਨ ਸਾਇੰਸ ਸਟੂਡੈਂਟ ਕਹੇਗਾ ਬੱਚਾ, ਸਾਇੰਸ ਦੀ ਨਹੀਂ ਮੈਂ ਗੱਲ ਕਰ ਰਿਹਾ, ਨੌਨ ਸਾਇੰਸ ਸਟੂਡੈਂਟ। ਠੀਕ ਹੈ, ਨੋਟ ਕਰ ਲਿਓ ਅੱਜ ਇਹ ਗੱਲ। ਔਰ ਜ਼ੀਰੋ ਤੋਂ ਚੱਲ ਕੇ ਬਿਲਕੁਲ 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 ਟੌਪ ਤੇ ਚੱਲ ਕਰਾਂਗੇ ਜ਼ੀਰੋ ਤੋਂ ਸਟਾਰਟ। ਮੇਰੇ ਵਾਸਤੇ ਮੈਟਰ ਨਹੀਂ ਕਰਦਾ ਭਾਵੇਂ ਉਹ 4 ਬੱਚੇ ਦੁਬਾਰਾ ਪੜ੍ਹ ਰਹੇ ਹੋਣ, ਮੈਂ ਉਹਨੂੰ ਵੀ ਕਰਵਾਵਾਂਗਾ ਜ਼ੀਰੋ ਤੋਂ ਹੀ ਕਰਵਾਵਾਂਗਾ। ਠੀਕ ਹੈ, ਐਂਡ ਬੀ ਅ ਗੁੱਡ ਲਿਸਨਰ। ਜਦੋਂ ਤੱਕ ਇੱਕ ਅੱਛੇ ਲਿਸਨਰ ਨਹੀਂ ਨਾ ਬਣਦੇ ਬੱਚੇ ਸਿੱਖ ਨਹੀਂ ਸਕਦੇ। ਮੈਂ ਇਹ ਨਹੀਂ ਕਹਿੰਦਾ ਮੈਂ 100% ਮੈਂ ਕਹਿ ਦਾਂਗਾ ਜੀ ਹਾਂਜੀ ਮੈਨੂੰ ਸਾਰਾ ਪਤਾ ਹੈ, ਸਾਰਾ ਕਿਸੇ ਨੂੰ ਨਹੀਂ ਪਤਾ ਹੁੰਦਾ। 4 ਕੁਐਸਚਨ ਮੈਨੂੰ ਇਹ ਜੇ ਪਤਾ ਹੋਣਗੇ ਜਿਹੜਾ ਨਵਾਂ ਬੰਦਾ ਕਹੇਗਾ ਸਰ ਇਹ ਤਾਂ ਕਦੇ ਸੁਣੇ ਹੀ ਨਹੀਂ। 4-5 ਕੁਐਸਚਨ ਉਹਨੂੰ ਇਹ ਜੇ ਪਤਾ ਹੋਣਗੇ ਜਿਹੜਾ ਮੈਂ ਕਹਾਂਗਾ ਸਰ ਮੈਂ ਤਾਂ ਇੱਕ ਦੋ ਹੀ ਸੁਣੇ ਹੋਏ ਆ, ਮੈਨੂੰ ਬਾਕੀ ਨਹੀਂ ਪਤਾ। ਔਰ ਇਹਦੇ ਵਿੱਚ ਕੋਈ ਮੈਂ ਉਸ ਚੀਜ਼ ਨੂੰ ਨਹੀਂ ਕਹਿ ਰਿਹਾ ਕਿ ਹਾਂਜੀ ਸਰ ਮੈਂ ਤਾਂ 100% ਸੀ, ਮੈਂ ਤਾਂ ਜੀਕੇ ਦਾ ਮਾਹਿਰ ਸੀ, ਮੈਂ ਆ ਚੀਜ਼ ਸੀ, ਨਹੀਂ। ਇਟ ਇਜ਼ ਜਸਟ ਲਾਈਕ ਅ ਡਿਸਕਸ਼ਨ। ਕੁਛ ਚੀਜ਼ਾਂ ਜੋ ਮੈਨੂੰ ਪਤਾ ਹੈ ਮੈਂ ਆਪਣੇ ਵੇਸ ਤੁਹਾਡੇ ਨਾਲ ਡਿਸਕਸ ਕਰ ਦੂੰਗਾ, ਤੁਸੀਂ ਜੋ ਤੁਹਾਨੂੰ ਪਤਾ ਹੋਏਗਾ ਤੁਸੀਂ ਮੈਨੂੰ ਦੱਸ ਦੋਗੇ। ਇਹਦੇ 'ਚ ਕੋਈ ਸ਼ਰਮ ਵਾਲੀ ਗੱਲ ਵੀ ਨਹੀਂ ਹੈ ਨਾ। ਸਟੱਡੀ ਹੈ, ਸਟੱਡੀ ਬੰਦਾ ਲਰਨ ਕਰਦਾ ਜਾਂਦਾ ਹੈ, ਸਟੱਡੀ ਦੀ ਕੋਈ ਏਜ ਨਹੀਂ ਹੈ। ਠੀਕ ਹੈ, ਚੀਜ਼ਾਂ ਆਪਾਂ ਸਿੱਖਦੇ ਜਾਂਦੇ ਹਾਂ, ਹਰ ਦਿਨ ਸਿੱਖਦੇ ਹਾਂ, ਹਰ ਮੂਵਮੈਂਟ ਆਪਾਂ ਚੀਜ਼ਾਂ ਨੂੰ ਸਿੱਖਦੇ ਹਾਂ। ਠੀਕ ਹੈ, ਤਾਂ ਐਗਜ਼ਾਮ ਦਾ ਪੈਟਰਨ ਵੈਸੇ ਤੁਹਾਨੂੰ ਪਤਾ ਵੀ ਹੈ ਕਿ ਪੇਪਰ A ਪੇਪਰ B ਪੇਪਰ 2 ਦੇ ਵਿੱਚ ਹੀ ਮਤਲਬ PS ਸੈਟ ਤਾਂ ਕ੍ਰੈਕ ਹੋਣਾ ਹੀ ਚਾਹੀਦਾ। ETT ਪੇਪਰ 2 994 ਦੇ ਵਿੱਚ ਫਰਦਰ 2 ਪੇਪਰ ਹੋ ਗਏ। ਪੇਪਰ A ਕੁਆਲੀਫਾਈਂਗ ਨੇਚਰ ਦਾ ਹੋਏਗਾ ਜਿਹਦੇ ਵਿੱਚ 50% ਮਾਰਕਸ ਲੈਣੇ ਜ਼ਰੂਰੀ ਨੇ, ਜਿਹਦੇ ਚ ਕੱਲੀ ਪੰਜਾਬੀ 100 ਨੰਬਰ ਦੀ 100 ਕੁਐਸਚਨ 100 ਮਿੰਟ। ਠੀਕ ਹੈ, ਔਰ ਪੇਪਰ B ਜਿਹੜਾ ਉਸ ਤੋਂ ਬਾਅਦ ਜਿਹੜਾ ਬੱਚਾ ਇਹ ਕੁਆਲੀਫਾਈ ਕਰੇਗਾ ਉਹ ਪੇਪਰ B ਵਾਸਤੇ ਐਲੀਜੀਬਲ ਹੈ। ਉਸ ਤੋਂ ਬਿਨਾ ਪੇਪਰ B ਚੈੱਕ ਨਹੀਂ ਹੋਣ ਵਾਲਾ, ਗੱਲ ਯਾਦ ਰੱਖਿਓ। ਠੀਕ ਹੈ, ਪੇਪਰ B 200 ਨੰਬਰ ਦਾ ਹੋਏਗਾ, 100 ਕੁਐਸਚਨ ਹੋਣਗੇ। ਬੜੇ ਸਟੂਡੈਂਟ ਕਹਿੰਦੇ ਸੀ ਜਦੋਂ ਨੋਟੀਫਿਕੇਸ਼ਨ ਆਈ ਕਿ ਸਰ ਲੋ ਜੀ ਪੈਟਰਨ ਚੇਂਜ ਹੋ ਜਾਣਾ ਹੈ, ਆਪਣੇ ਕੋਲ ਤਾਂ ਜਿੰਨਾ ਪੜਿਆ ਆਪਣਾ ਖਰਾਬ ਹੋ ਗਿਆ। ਔਰ ਮੈਂ ਉਸ ਦਿਨ ਕਹਿਤਾ ਸੀ ਬੱਚੇ ਇੱਕ ਗੱਲ ਮੇਰੀ ਯਾਦ ਰੱਖਿਓ, ਤੁਸੀਂ ਟਾਈਮ ਨਾ ਵੇਸਟ ਕਰੋ, ਪੜ੍ਹਦੇ ਰਹੋ। ਕੋਈ ਕਰੰਟ ਅਫੇਅਰ ਕੋਈ ਰੀਜ਼ਨਿੰਗ ਕੁਝ ਨਹੀਂ ਐਡ ਹੋਣ ਵਾਲਾ, ਸਾਰਾ ਕੁਝ ਸੇਮ ਰਹਿਣ ਵਾਲਾ ਹੈ। ਔਰ ਜਦੋਂ ਸਿਲੇਬਸ ਆ ਗਿਆ ਤੁਸੀਂ ਦੇਖ ਲਿਆ ਕਿ ਸਾਰਾ ਕੁਝ ਹੋ ਗਿਆ। ਇੱਕ ਕੁਐਸਚਨ 2 ਨੰਬਰ ਦਾ ਕਰਤਾ। ਇੰਗਲਿਸ਼ ਤੇ ਹਿੰਦੀ ਦੇ 10-10 ਕੁਐਸਚਨ ਆਣਗੇ। ਠੀਕ ਹੈ, ਸਾਇੰਸ SST ਮੈਥ ਪੰਜਾਬੀ 20 ਕੁਐਸਚਨ। ਰਾਈਟ, ਔਰ ਇੱਕ ਕੁਐਸਚਨ 2 ਨੰਬਰ ਦਾ ਹੋਏਗਾ। ਠੀਕ ਹੈ ਜੀ, ਸਾਇੰਸ ਦੇ ਵਿੱਚ ਆ ਆਪਣਾ ਫਿਜ਼ਿਕਸ ਦਾ ਪਾਰਟ ਹੈ ਜੀ, ਇਹ ਆਪਣਾ ਕੈਮਿਸਟਰੀ ਦਾ ਪਾਰਟ ਹੈ, ਔਰ ਇਹ ਆਪਣਾ ਬਾਇਓ ਦਾ ਪਾਰਟ ਹੈ। ਇਹ ਸਾਰਾ ਕੁਝ ਐਜ਼ ਇਟ ਇਜ਼ ਹੀ ਰਹਿ, ਭਾਵੇਂ ਤੁਸੀਂ 66-35 ਦੀ ਤਿਆਰੀ ਕੀਤੀ ਹੈ,
ਭਾਵੇਂ ਤੁਸੀਂ 59-94 ਦੇ ਵਿੱਚ ਸਟਾਰਟਿੰਗ ਵਾਲੇ ਬੈਚਸ ਦੇ ਨੂੰ ਜੁਆਇਨ ਕੀਤਾ ਹੋਇਆ ਸੀ, ਸੈਲਫ ਸਟੱਡੀ ਕਰ ਰਹੀ ਸੀ, ਸਭ ਕੁਝ ਸੇਮ ਹੈ, ਕੁਝ ਬਦਲਾਵ ਨਹੀਂ ਹੈ। ਠੀਕ ਹੈ, ਉਹੀ ਸਾਰੇ ਟੌਪਿਕ। ਔਰ ਐਸਐਸਟੀ ਦੇ ਵਿੱਚ ਆ ਤੁਹਾਡਾ ਸਾਰਾ ਭੂਗੋਲ ਦਾ ਉਹੀ ਸਿਲੇਬਸ ਹੈ। ਇੱਕ ਟੌਪਿਕ ਐਡ ਹੋਇਆ, ਉਹ ਟੌਪਿਕ ਹੈ ਬੱਚੇ ਪੰਜਾਬ ਬਾਰੇ, ਪੰਜਾਬ ਦੀ ਜਿਓਗ੍ਰਾਫੀ, ਪੰਜਾਬ ਦਾ ਧਰਾਤਲ, ਫਿਜ਼ੀਕਲ ਫੀਚਰ, ਜਲ ਤੰਤਰ, ਡਰੇਨੇਜ, ਜਲਵਾਯੂ, ਕਲਾਈਮੇਟ, ਪੰਜਾਬ ਦੀ ਮਿੱਟੀਆਂ, ਪੰਜਾਬ ਦੀ ਸੋਇਲ ਅਤੇ ਪੰਜਾਬ ਦਾ ਐਗਰੀਕਲਚਰ, ਖੇਤੀਬਾੜੀ। ਇਹ ਆਪਣਾ ਬੱਚੇ ਇਕਨੋਮਿਕਸ ਦਾ ਸੇਮ, ਕੋਈ ਬਦਲਾਵ ਨਹੀਂ ਹੈ। ਐਸਐਸਟੀ ਦਾ ਮੇਨ ਪਾਰਟ ਪੋਲਿਟੀ, ਠੀਕ ਹੈ, ਪੋਲਿਟੀ ਮੈਂ ਕਹਿੰਦਾ ਤੁਹਾਨੂੰ ਪਾਣੀ ਤਰ੍ਹਾਂ ਆ ਜੂਗੀ, ਪਾਣੀ ਤਰ੍ਹਾਂ। ਐਸਐਸਟੀ ਪਾਰਟ ਏਦਾਂ ਕਰ ਲਾਂਗੇ, ਤੁਸੀਂ ਕਹੋਗੇ ਸਰ ਕਿਆ ਬਾਤ ਹੈ, ਮਜ਼ਾ ਹੀ ਆ ਗਿਆ। ਇਹ ਤੁਸੀਂ ਏਦਾਂ ਕਹੋਗੇ, ਮੈਂ 100% ਸ਼ੋਰ ਹਾਂ। ਠੀਕ ਹੈ, ਭੂਗੋਲ ਬੱਚੇ ਜਿਹਨੂੰ ਆਪਾਂ ਜਿਓਗ੍ਰਾਫੀ ਕਹਿੰਦੇ ਆ, ਮੈਂ ਇੱਕ ਚੀਜ਼ ਤੁਹਾਨੂੰ ਦੱਸਦਾ, ਜਿਓਗ੍ਰਾਫੀ ਦਾ ਦੂਜਾ ਮਤਲਬ ਮੈਂ ਆਪਣੇ ਅਕੋਰਡਿੰਗ, ਮੇਰੀ ਜਿਹੜੇ ਪੁਆਇੰਟ ਆਫ ਵਿਊ ਚ ਇਹਦਾ ਮਤਲਬ ਇੱਕ ਮੈਪ ਹੈ। ਜਦੋਂ ਆਪਾਂ ਮੈਪ ਪੜ੍ਹ ਲਿਆ ਨਾ, ਮੈਪ ਵਿੱਚ ਮਾਹਿਰ ਹੋ ਗਏ, ਇੰਡੀਆ ਦੀ ਸਟੇਟ, ਇੰਡੀਆ ਦੀ ਰਿਵਰਸ, ਤੁਹਾਨੂੰ ਕੋਈ ਬੱਚਾ ਨਹੀਂ ਹਿਲਾ ਸਕਦਾ। ਮੇਰੀ ਗੱਲ ਯਾਦ ਰੱਖਿਓ, ਮੈਪ ਤੇ ਟਾਈਮ ਲਗਾਵਾਂਗੇ, ਸੈਲਫ ਸਟੱਡੀ ਵੀ ਤੁਸੀਂ ਕਰੋਗੇ, ਮੈਨੂੰ ਪਤਾ ਹੈ, ਕਿਉਂਕਿ ਤੁਸੀਂ ਸਾਰੇ ਬੱਚੇ ਜਿਹੜੇ ਇਸ ਸੈਸ਼ਨ ਨੂੰ ਸੁਣ ਰਹੇ ਹੋ, ਉਹ ਸਾਰੇ ਦੇ ਸਾਰੇ ਬੱਚੇ, ਠੀਕ ਹੈ, ਉਹ ਹਰ ਇੱਕ ਸਟੂਡੈਂਟ ਚਾਹਵਾਨ ਹੈ ਸਰ ਕਿਵੇਂ ਨਾ ਕਿਵੇਂ ਅਸੀਂ 59-94 ਜਾਣਾ ਹੈ। ਭਾਵੇਂ ਉਹ ਆਪਣੇ ਬੇਟਾ ਬੇਟੀ ਹੈ ਨਾ, ਆਪਣੇ ਮਦਰ ਫਾਦਰ, ਆਪਣੇ ਬੈਟਰ ਹਾਫ, ਆਪਣੇ ਬੱਚਿਆਂ, ਕਿਸੇ ਵੀ ਕਰਕੇ ਹੈ ਨਾ, ਕਿਸੇ ਵੀ ਕਰਕੇ ਆਪਣੇ ਪੇਰੈਂਟਸ ਵਾਸਤੇ ਕਿਸੇ ਦਾ ਕੋਈ ਸੁਪਨਾ ਹੋ ਸਕਦਾ ਸਰ ਅਸੀਂ ਇੰਡੀਪੈਂਡੈਂਟ ਹੋਣਾ ਹੈ। ਹਰ ਇੱਕ ਬੱਚਾ ਉਹ ਸਾਡੇ ਨਾਲ ਐਫਰਟਸ ਕਰੇਗਾ, ਜੁੜੇਗਾ। ਮੈਂ ਬਿਲੀਵ ਕਰਦਾ, ਮੈਂ ਇਹ ਮਤਲਬ ਐਕਸਪੈਕਟ ਕਰਦਾ ਕਿ ਤੁਸੀਂ ਇਹਨਾਂ ਚੀਜ਼ਾਂ ਨੂੰ ਅਣਦੇਖਾ ਨਾ ਕਰੋਗੇ, ਕਿਉਂਕਿ ਇਹ ਮੌਕੇ ਵਾਰ-ਵਾਰ ਨਹੀਂ ਮਿਲਦੇ। 6635 ਸਿਲੈਕਸ਼ਨ ਹੋਈ ਹੋਵੇ ਹੈ ਨਾ, ਇੰਨੀ ਰਿਕਰੂਟਮੈਂਟ ਕੀਤੀ ਹੋਵੇ, ਔਰ ਗਵਰਨਮੈਂਟ 5994 ਪੋਸਟਾਂ ਔਰ ਦੇ ਦੇਵੇ। ਬੱਚੇ ਇਤਿਹਾਸ ਦੇ ਵਿੱਚ ਪਹਿਲੀ ਵਾਰੀ ਹੈ, ਔਰ ਨਾ ਇਹ ਚੀਜ਼ਾਂ ਆਉਣ ਵਾਲੀਆਂ। ਆਖਰੀ ਮੌਕਾ ਸਮਝ ਕੇ ਪੜ੍ਹ ਲਿਓ। ਠੀਕ ਹੈ, ਮੇਰਾ ਤਾਂ ਇਹਦੇ ਵਿੱਚ ਕੋਈ ਨਾ ਤਾਂ ਕੋਈ ਮੈਨੂੰ ਬੈਨੀਫਿਟ ਹੈ ਨਾ, ਨਾ ਤੁਹਾਨੂੰ ਬੈਨੀਫਿਟ ਹੈ। ਠੀਕ ਹੈ, ਤੁਹਾਨੂੰ ਇੱਕ ਸਭ ਤੋਂ ਵੱਡਾ ਬੈਨੀਫਿਟ ਹੈ ਬੱਚੇ, ਬਸ ਕਿ ਤੁਹਾਨੂੰ ਜੌਬ ਮਿਲ ਜਾਏ, ਸਾਡੇ ਵਾਸਤੇ ਉਹੀ ਖੁਸ਼ੀ ਹੈ। ਠੀਕ ਹੈ, ਅਸੀਂ ਤਾਂ ਆਪਣੇ ਐਫਰਟਸ ਉਸ ਪਿੱਛੇ ਕਰ ਰਹੇ ਹਾਂ। ਹਰ ਇੱਕ ਬੱਚਾ ਜਿਹੜਾ ਚਾਹੁੰਦਾ ਹੈ ਪੋਜ਼ਿਟਿਵ এনवायरमेंट ਚ ਆ ਕੇ ਉਹ ਬੱਚਾ ਤਿਆਰੀ ਕਰ ਸਕੇ। ਠੀਕ ਹੈ, ਰੈਸਟ ਅਪ ਟੂ ਯੂ। ਔਰ ਕੁਝ ਚੀਜ਼ਾਂ, ਠੀਕ ਹੈ, ਕੁਝ ਚੀਜ਼ਾਂ ਮੈਂ ਤੁਹਾਡੇ ਨਾਲ ਡਿਸਕਸ ਕਰਦਾ ਵੀ ਸਟੱਡੀ ਮਟੀਰੀਅਲ ਜਿਹੜਾ ਹੈ ਜੀ ਆਨਲਾਈਨ ਸਟੂਡੈਂਟ ਵਾਸਤੇ ਉਹ ਕਿੱਦਾਂ ਮਿਲੇਗਾ। ਤਾਂ ਬੱਚੇ ਸਭ ਤੋਂ ਪਹਿਲੇ ਡਾਊਨਲੋਡ ਕਰਨੀ ਪਏਗੀ ਐਪਲੀਕੇਸ਼ਨ, ਜਿਹਦੇ ਵਿੱਚ ਤੁਸੀਂ ਅਗਰ ਤਾਂ ਐਂਡਰੋਇਡ ਫੋਨ ਯੂਜ਼ ਕਰਦੇ ਹੋ, ਸੈਮਸੰਗ ਯੂਜ਼ ਕਰਦੇ ਹੋ, ਐਪਲ ਯੂਜ਼ਰ ਨਹੀਂ ਹੋ ਤਾਂ ਡ੍ਰੀਮਸ ਇੰਸਟੀਚਿਊਟ ਦੀ ਐਪ ਤੁਸੀਂ ਪਲੇ ਸਟੋਰ ਤੋਂ ਡਾਊਨਲੋਡ ਕਰ ਲਓ। ਅਗਰ ਤੁਸੀਂ iOS ਆਪਰੇਟਿੰਗ ਸਿਸਟਮ ਮਤਲਬ ਐਪਲ ਫੋਨ ਯੂਜ਼ ਕਰਦੇ ਹੋ ਤਾਂ ਤੁਸੀਂ ਕਲਾਸ ਪਲੱਸ ਐਪ ਯੂਜ਼ ਕਰ ਡਾਊਨਲੋਡ ਕਰ ਲਓ ਪਲੇ ਸਟੋਰ। ਇਹ ਡਾਊਨਲੋਡ ਕਰਨ ਤੋਂ ਬਾਅਦ, ਠੀਕ ਹੈ, ਤੁਸੀਂ ਕੰਟੈਕਟ ਕਰ ਸਕਦੇ ਹੋ 730 10 099 ਤੇ 7301408089। ਕਿਸ ਤਰ੍ਹਾਂ ਤੁਸੀਂ ਰਜਿਸਟਰਡ ਹੋਣਾ, ਇਹ ਸਾਰਾ ਕੁਝ ਤੁਹਾਨੂੰ ਮੈਮ ਸਿਮਰਨ ਮੈਮ ਡਿਸਕਸ ਕਰ ਦੇਣਗੇ, ਡੀਲ ਕਰਨਗੇ। ਠੀਕ ਹੈ, ਤੁਹਾਨੂੰ ਸਭ ਕੁਝ ਸਮਝਾ ਦੇਣਗੇ। ਔਰ ਜਿਵੇਂ ਹੀ ਤੁਸੀਂ ਬੱਚੇ ਰਜਿਸਟਰਡ ਹੋ ਜਾਓਗੇ, ਠੀਕ ਹੈ, ਬੜੇ ਬੱਚਿਆਂ ਦੇ ਮਾਈਂਡ 'ਚ ਕੁਐਸਚਨ ਹੁੰਦਾ ਸਰ ਸਟੱਡੀ ਮਟੀਰੀਅਲ ਕਿੱਦਾਂ ਮਿਲੇਗਾ। ਤਾਂ ਬੱਚੇ ਉਹ ਤੁਹਾਨੂੰ ਐਦਾਂ ਦਿਖਾਈ ਦੇਗਾ, ਜਿਹੜਾ ਸਟੱਡੀ ਮਟੀਰੀਅਲ ਹੈ, ਠੀਕ ਹੈ, ਉਹ ਤੁਹਾਨੂੰ ਕੁਝ ਐਦਾਂ ਦਾ ਨਜ਼ਰ ਆਏਗਾ ਵੀ ਤੁਹਾਡੇ ਬੈਚ ਸ਼ੋ ਹੋ ਰਿਹਾ ਹੋਏਗਾ 6th ETT ਕੈਡਰ ਆਨਲਾਈਨ ਬੈਚ, ਜਾਂ ਜਿਹੜੇ ਵੀ ਬੈਚਸ ਤੁਸੀਂ ਜੁਆਇਨ ਕਰੋਗੇ। ਵੀਡੀਓ ਸੈਕਸ਼ਨ 'ਚ ਜਾਓਗੇ ਤਾਂ ਬੱਚੇ ਡੇਟ ਵਾਈਜ਼ ਕਲਾਸਿਸ ਐਦਾਂ ਫੋਲਡਰ ਆਏਗਾ, ਡੇਟ ਵਾਈਜ਼ ਸਾਰੀਆਂ ਕਲਾਸਿਸ। ਲਾਈਕ ਆਹ ਵਾਲੇ ਬੈਚ ਦੇ ਵਿੱਚ ਆਪਾਂ ਪਹਿਲਾਂ 5 ਤਰੀਕ ਨੂੰ ਡੈਮੋ ਲਗਾਇਆ, ਤਾਂ 5 ਤਰੀਕ ਦੇ ਡੈਮੋ ਦੇ ਵਿੱਚ ਬੱਚੇ ਆ ਦੇਖੋ ਟੌਪਿਕ ਵਾਈਜ਼ ਕਿੰਨੇ ਸੈਸ਼ਨ ਲਗਾਇਆ, ਕਿਹੜਾ ਪੇਪਰ ਮਤਲਬ ਕਲਾਸ ਹੈ, ਪੇਪਰ ਇਹ ਪੰਜਾਬੀ ਦੀ ਡੈਮੋ ਹੈ, ਇੱਥੇ ਡੈਮੋ ਪਿਆ ਹੋਏਗਾ। ਐਦਾਂ ਸਾਰੇ ਦੇ ਸਾਰੇ ਡੇਟ ਵਾਈਜ਼ ਤੁਹਾਨੂੰ ਫੋਲਡਰ ਮਿਲ ਜਾਣ। ਔਰ ਫਰਦਰ ਅਸੀਂ ਸਬਜੈਕਟ ਵਾਈਜ਼ ਫੋਲਡਰ ਵੀ ਪ੍ਰੋਵਾਈਡ ਕਰਦਾ। ਸਟੱਡੀ ਮਟੀਰੀਅਲ 'ਚ ਜਾਓਗੇ ਤਾਂ ਬੱਚੇ ਜਿਵੇਂ ਸਾਇੰਸ ਐਂਡ SST ਬਾਈ ST ਸਰ, ਇਹਨੂੰ ਕਲਿੱਕ ਕਰੋਗੇ, SST ਕਰੋਗੇ, ਸਾਇੰਸ ਕਰੋਗੇ, ਜਿਹਦੇ 'ਚ ਜਾਣਾ ਮੰਨ ਲਓ ਮੈਂ ਸਾਇੰਸ ਜਾਣਾ, ਕੈਮਿਸਟਰੀ ਚੱਲ ਰਹੀ ਹੈ, ਲੋ ਜੀ ਕੈਮਿਸਟਰੀ। ਠੀਕ ਹੈ, ਜਦੋਂ ਆਪਾਂ ਕੈਮਿਸਟਰੀ ਫੋਲਡਰ 'ਚ ਗਏ ਤਾਂ ਆਪਾਂ ਨੂੰ ਅੱਗੇ ਇਨ ਫਰਦਰ PDF ਜਿਹੜੀਆਂ ਉੱਥੇ ਡਿਸਪਲੇ ਹੋ ਜਾਣਗੀਆਂ। ਇਹ ਆਪਣੀ ਸਹੂਲਤ ਵਾਸਤੇ ਹੈ, ਡਾਊਨਲੋਡ ਫੀਚਰ ਨਹੀਂ ਹੋਏਗਾ। ਇਹਦੇ ਵਿੱਚ ਤੁਸੀਂ ਕੀ ਕਰੋਗੇ, ਤੁਸੀਂ ਦੇਖ ਸਕਦੇ ਹੋ, ਜਦੋਂ ਤੁਸੀਂ ਇਹਨੂੰ ਓਪਨ ਕਰੋਗੇ ਤੁਸੀਂ ਉਹਦੇ ਵਿੱਚ ਕੀ ਕਰ ਸਕਦੇ ਹੋ, ਦੇਖੋ ਮੈਟਲ ਐਂਡ ਨਾਨ ਮੈਟਲ ਚੈਪਟਰ ਆਉਂਦੀਆਂ PDF ਫਰਦਰ ਆਪਾਂ ਨੂੰ ਦਿਖਣੀਆਂ ਸਟਾਰਟ ਹੋ ਜਾਣਗੀਆਂ। ਠੀਕ ਹੈ, ਆਹ PDF ਆ ਗਈਆਂ ਜੀ।
1 2 3 4 ਜਿਵੇਂ ਨੰਬਰਿੰਗ ਕੀਤੀ ਹੋਈ ਹੈ ਤੁਸੀਂ ਉਹਦੇ ਸੀਕੁਐਂਸ ਵਾਈਜ਼ ਦੇਖ ਸਕਦੇ ਹੋ। ਅਗਰ ਤੁਸੀਂ ਚਾਹੁੰਦੇ ਹੋ ਵੀ ਪ੍ਰੋਪਰ ਤੁਹਾਨੂੰ ਮਟੀਰੀਅਲ ਤੁਸੀਂ ਫੋਟੋ ਸਟੇਟ ਕਰਵਾ ਸਕੋ, ਉਸ ਤੋਂ ਬੈਟਰ ਬੱਚੇ ਤੁਸੀਂ ਕੰਟੈਕਟ ਕਰਕੇ ਡ੍ਰੀਮਸ ਇੰਸਟੀਚਿਊਟ ਦਾ ਪੂਰਾ ਬੁਕਲੇਟ ਮਟੀਰੀਅਲ ਖੁਦ ਮੰਗਵਾ ਸਕਦੇ ਹੋ, ਜਾਂ ਤੁਸੀਂ ਇੰਸਟੀਚਿਊਟ ਵਿਜ਼ਿਟ ਕਰਕੇ ਠੀਕ ਹੈ ਦੇਖ ਸਕਦੇ ਹੋ। ਠੀਕ ਹੈ ਜੀ, ਇਹ ਚੀਜ਼ ਧਿਆਨ ਰੱਖਿਓ, ਬਹੁਤ ਇੰਪੋਰਟੈਂਟ ਹੈ। ਠੀਕ ਹੈ, ਬਾਕੀ ਆਪਾਂ ਜਿਹੜਾ ਮੇਨ ਅਗਰ ਚੀਜ਼ ਡਿਸਕਸ ਕਰੀਏ ਤਾਂ ਮੈਂ ਇਹ ਸਮਝਦਾ ਕਿ ਟ੍ਰਿਕਸ ਤੋਂ ਬਿਨਾ ਜੀਕੇ ਨਹੀਂ ਹੈ। ਔਰ ਅਗਰ ਤੁਸੀਂ ਇੱਕ ਵਾਰ ਪੜ੍ਹ ਲਈ ਤਾਂ ਤੁਸੀਂ ਕਹੋਗੇ ਸਰ ਮਜ਼ਾ ਲਿਆਤਾ। ਠੀਕ ਹੈ, ਆਹੀ ਵਰਡ ਹੋਏਗਾ ਤੁਹਾਡੇ ਕਿ ਮਜ਼ਾ ਲਿਆਤਾ। ਵੀ ਐਦਾਂ ਵੀ ਕਦੇ ਜੀਕੇ ਨੂੰ ਪੜ੍ਹਿਆ ਜਾ ਸਕਦਾ ਹੈ, ਕਦੇ ਐਦਾਂ ਵੀ ਅਸੀਂ ਜੀਕੇ ਨੂੰ ਪੜ੍ਹ ਸਕਦੇ ਸੀ, ਇਹ ਤੁਸੀਂ ਕਹੋਗੇ ਬੱਚੇ। ਥੋੜਾ ਜਿਹਾ ਡੈਮੋ ਦਿੰਦਾ, ਜ਼ਿਆਦਾ ਨਹੀਂ ਡਿਸਕਸ ਕਰਾਂਗੇ, ਥੋੜਾ ਜਿਹੀ ਡਿਸਕਸ਼ਨ ਕਰਦੇ ਹਾਂ। ਲਾਈਕ ਇੰਡੀਆ ਦੇ ਵਿੱਚੋਂ ਨਾ ਕਰਕ ਰੇਖਾ ਹੋ ਕੇ ਨਿਕਲਦੀ ਹੈ, ਟ੍ਰੋਪਿਕ ਆਫ ਕੈਂਸਰ ਹੈ। ਪੂਰੀ ਡਿਟੇਲ ਡਿਸਕਸ਼ਨ ਤਾਂ ਆਪਾਂ ਲਾਈਵ ਸੈਸ਼ਨ 'ਚ ਹੀ ਕਰਾਂਗੇ, ਜਦੋਂ ਤੁਸੀਂ ਮਿਲੋਗੇ ਲਾਈਵ ਸੈਸ਼ਨਸ ਦੇ ਵਿੱਚ। ਥੋੜੀ ਜੀ ਛੋਟਾ ਜਿਹਾ ਡੈਮੋ। ਟ੍ਰੋਪਿਕ ਆਫ ਕੈਂਸਰ ਕਰਕ ਰੇਖਾ 23.5 ਡਿਗਰੀ ਨਾਰਥ ਹੈ ਜਿਹੜੀ ਇੰਡੀਆ ਚੋਂ ਨਿਕਲਦੀ ਹੈ। ਤਾਂ ਜਿਵੇਂ ਕਿ ਬੱਚੇ ਇੰਡੀਆ ਦੇ ਵਿੱਚੋਂ ਆ ਇੰਡੀਆ ਦਾ ਮੈਪ, ਠੀਕ ਹੈ, ਹੁਣ ਆ ਚੀਜ਼ਾਂ ਤਾਂ ਹਰ ਪਾਸੇ ਲਿਖੀਆਂ ਮਿਲ ਜਾਣਗੀਆਂ। 8 ਸਟੇਟ ਹੈ ਜਿਨ੍ਹਾਂ ਚੋਂ ਹੋ ਕੇ ਨਿਕਲਦੀ ਹੈ, ਪਰ ਉਹਨੂੰ ਬੱਚੇ ਯਾਦ ਕਿਵੇਂ ਕਰਾਂਗੇ? ਅਗਰ ਆਪਾਂ ਯਾਦ ਹੀ ਨਾ ਕਰ ਪਾਏ, ਇੰਨਾ ਡਾਟਾ ਹੈ, ਇੰਨਾ ਕੁਛ ਹੈ, ਅਗਰ ਉਹਨੂੰ ਆਪਾਂ ਸਹੀ ਸੀਕੁਐਂਸ 'ਚ ਪੜ੍ਹ ਹੀ ਨਾ ਪਾਏ ਤਾਂ ਬੱਚੇ ਕੀ ਫਾਇਦਾ, ਹੈ ਨਾ? ਪੇਪਰ 'ਚ ਜਾ ਕੇ ਹੀ ਅਗਰ ਭੁੱਲ ਗਿਆ ਤਾਂ ਫਿਰ ਫਾਇਦਾ ਕੀ? ਆਹੀ ਚੀਜ਼ਾਂ ਤਾਂ ਡ੍ਰੀਮਸ ਨੇ ਸਿਖਾਣੀਆਂ, ਆਹੀ ਤਾਂ ਐਸਜੀ ਕਲਾਸਿਸ ਤੇ ਸਿੱਖਣੀ ਹੈ। ਤਾਂ ਮੈਂ ਇੱਕ ਛੋਟੀ ਜਿਹੀ ਟ੍ਰਿਕ ਬਣਾਤੀ, ਮੈਨੂੰ ਵੀ ਨਹੀਂ ਯਾਦ ਹੁੰਦਾ ਸੀ, ਮੈਂ ਐਫਰਟਸ ਕੀਤੇ, ਮੈਂ ਛੋਟੀ ਜਿਹੀ ਟ੍ਰਿਕ ਬਣਾਤੀ। ਮੈਂ ਕਿਹਾ ਦੋ ਭਰਾ ਨੇ, JW ਮੈਰੀਅਟ ਹੋਟਲ 'ਚ ਚੱਲੇ ਨੇ ਕਾਰ ਤੇ। ਇੱਕ ਭਰਾ ਪਹਿਲੇ ਚਲਾ ਗਿਆ, ਕਹਿੰਦਾ ਮੇਰੇ ਯਾਰ ਮਿੱਤਰ ਦਾ ਵਿਆਹ ਹੈ, ਮੈਂ ਚੱਲਿਆ ਵੀਰੇ, ਤੂੰ ਬਾਅਦ 'ਚ ਆ ਜੀ। ਜਦੋਂ JW ਹੋਟਲ ਪਹੁੰਚ ਗਿਆ, ਕਿਉਂਕਿ ਲੇਟ ਹੋਇਆ ਪਿਆ ਸੀ, ਚਲੋ ਜੀ ਪਹੁੰਚ ਗਿਆ। ਜਦੋਂ ਉਹਦਾ ਭਰਾ ਆਇਆ, ਉਹ ਕਹਿੰਦਾ ਤੂੰ ਕਿਹਦੇ ਤੇ ਆਇਆ? ਕਹਿੰਦਾ ਵੀਰੇ ਮੈਂ ਤਾਂ ਕਾਰ ਤੇ ਆਇਆ। ਕਹਿੰਦਾ ਕਾਰ ਤੇ ਕਿਵੇਂ ਆਇਆ? ਕਹਿੰਦਾ ਗੇਅਰ ਪਾਇਆ। ਕਹਿੰਦਾ ਅੱਛਾ ਅੱਛਾ। ਤਾਂ ਉਹ ਜਿਹੜਾ ਪਹਿਲੇ ਪਹੁੰਚਿਆ ਹੋਇਆ ਭਰਾ ਉਹ ਕੀ ਕਹਿੰਦਾ? ਕਹਿੰਦਾ ਗੇਅਰ ਮੈਂ ਪਾਇਆ ਸੀ, JW ਜਾਣਾ ਸੀ, ਟਾਈਮ ਹੋਇਆ ਪਿਆ ਸੀ। ਬੱਚੇ ਮੇਰੇ ਨਾਲ ਰਿਪੀਟ ਕਰਿਓ, ਗੇਅਰ ਮੈਂ ਪਾਇਆ ਸੀ, JW ਜਾਣਾ ਸੀ, ਟਾਈਮ ਹੋਇਆ ਪਿਆ ਸੀ। ਬੱਚੇ 8 ਦੀਆਂ 8 ਸਟੇਟ ਤੁਹਾਡੇ ਸਾਹਮਣੇ ਸੀਕੁਐਂਸ ਦੇ ਵਿੱਚ ਲਿਖੀਆਂ ਪਈਆਂ, ਯਾਦ ਹੋ ਗਈਆਂ ਤੁਹਾਨੂੰ। ਅਗਰ ਆ ਛੋਟੀ ਜਿਹੀ ਟ੍ਰਿਕ ਨੂੰ 2-3 ਵਾਰ ਮੇਰੇ ਨਾਲ ਰਿਪੀਟ ਕਰ ਲਓ। ਗੇਅਰ ਨੂੰ ਮੈਂ ਕਹਿਤਾ GR, ਮੈਂ ਪਾਇਆ ਸੀ MPC, JW ਜਾਣਾ ਸੀ JW, ਟਾਈਮ TM। G ਦਾ ਮਤਲਬ ਬੱਚੇ ਗੁਜਰਾਤ ਆ ਪਹਿਲੀ ਸਟੇਟ, R ਦਾ ਮਤਲਬ ਰਾਜਸਥਾਨ ਦੂਜੀ ਸਟੇਟ, MP ਦਾ ਮਤਲਬ ਮੱਧ ਪ੍ਰਦੇਸ਼ ਤੀਜੀ ਸਟੇਟ, C ਦਾ ਮਤਲਬ ਛੱਤੀਸਗੜ੍ਹ ਚੌਥੀ ਸਟੇਟ, J ਤੋਂ ਝਾਰਖੰਡ, W ਤੋਂ ਵੈਸਟ ਬੰਗਾਲ ਪੰਜਵੀਂ ਤੇ ਛੇਵੀਂ ਸਟੇਟ, ਤ੍ਰਿਪੁਰਾ ਤੇ ਮਿਜ਼ੋਰਮ 7ਵੀਂ ਤੇ 8ਵੀਂ ਸਟੇਟ। ਬੱਚੇ ਕੀ ਔਖਾ ਦੱਸੋ? ਇੱਕ ਟੌਪਿਕ ਤੁਸੀਂ ਕਵਰ ਕਰ ਲਿਆ, ਕਰਕ ਰੇਖਾ ਕਿੱਥੋਂ ਕਿੱਥੋਂ ਹੋ ਕੇ ਨਿਕਲਦੀ ਹੈ। ਔਰ ਮੈਂ ਕੁਐਸਚਨ ਦੱਸ ਦਿੰਨਾ, ਇੱਕ ਕੁਐਸਚਨ ਹੈ 2 ਨੰਬਰ ਦੇ ਜਾਏਗਾ SST ਇਸ ਵਾਰ 20 ਕੁਐਸਚਨ ਦੀ ਹੋਗੀ। 20 ਚੋਂ 20 ਲੈਣਾ ਚਾਹੁੰਦੇ ਆ ਨਾ, ਤਾਂ ਫਿਰ ਤਾਂ ਬੱਚੇ ਜੁਆਇਨ ਕਰਨਾ ਹੀ ਪੈਣਾ, ਹੈ ਨਾ? ਫਿਰ ਤਾਂ ਏਦਾਂ ਦੀਆਂ ਟ੍ਰਿਕਸ, ਏਦਾਂ ਦੀ ਚੀਜ਼ਾਂ ਪੜ੍ਹਨੀਆਂ ਪੈਣੀਆਂ ਵੀ ਅਸੀਂ ਪੇਪਰ 'ਚ ਜਾਈਏ, ਕੁਐਸਚਨ ਆਏ ਤੇ ਸਾਨੂੰ ਪਤਾ ਹੋਏ, ਹੈ ਨਾ? ਫਿਰ ਤਾਂ ਐਫਰਟਸ ਕਰਨੀ ਪੈਣੀ। ਤਾਂ ਇਹ 8 ਦੀਆਂ 8 ਸਟੇਟ ਕੁਐਸਚਨ ਦੱਸਣ ਜਾ ਰਹੇ ਹਾਂ। The line which divide India into 2 equal half, ਤਾਂ ਆਂਸਰ ਕੀ ਆਏਗਾ? ਟ੍ਰੋਪਿਕ ਆਫ ਕੈਂਸਰ। ਇਹੋ ਜੀ ਲਾਈਨ ਜਿਹੜੀ ਇੰਡੀਆ ਨੂੰ 2 ਭਾਗਾਂ 'ਚ ਵੰਡਦੀ ਹੈ, ਤਾਂ ਆਂਸਰ ਕੀ ਹੈ ਬੱਚੇ? ਟ੍ਰੋਪਿਕ ਆਫ ਕੈਂਸਰ, ਕਰਕ ਰੇਖਾ। ਹੋ ਜਾਏਗਾ ਕਲੀਅਰ? ਯਾਦ ਹੋ ਜਾਏਗਾ? ਹਾਂਜੀ ਬੱਚੇ, ਹੋ ਜਾਏਗਾ ਨਾ? ਈਜ਼ੀ ਹੈ ਨਾ? ਡੈਪਥ ਵਿੱਚ ਪੂਰਾ ਪੜਾਂਗੇ, ਜਿੰਨੀ ਲੋੜ ਹੈ ਉਹ ਆਪਾਂ ਸੈਸ਼ਨਸ 'ਚ ਪੜਾਂਗੇ। ਜਸਟ ਇੱਕ ਡੈਮੋ ਦੇ ਰਹੇ ਹਾਂ। ਫੰਡਾਮੈਂਟਲ ਰਾਈਟਸ ਹੈ, ਮੰਨ ਲਓ ਮੌਲਿਕ ਅਧਿਕਾਰ ਹੈ, ਠੀਕ ਹੈ, ਮੰਨ ਲਓ ਆਪਣੇ ਮੌਲਿਕ ਅਧਿਕਾਰ ਹੈ, ਤਾਂ ਬੱਚੇ ਮੌਲਿਕ ਅਧਿਕਾਰ ਨੂੰ ਯਾਦ ਰੱਖਣਾ ਦੇਖੋ ਕਿੰਨਾ ਸੌਖਾ ਹੈ। ਆ ਜਿਵੇਂ ਰਾਈਟ ਟੂ ਇਕੁਐਲਿਟੀ ਦਾ ਫੰਡਾਮੈਂਟਲ ਰਾਈਟ ਦੇ ਵਿੱਚ ਫਰਦਰ ਆਰਟੀਕਲਸ ਨੇ, ਔਰ ਇਹ ਆਰਟੀਕਲ 23, 64, 66, 35 ਦੋਨਾਂ ਚ ਆ ਚੁੱਕੇ ਨੇ, 59, 94 ਚ ਵੀ ਆਏਗਾ। ਆਰਟੀਕਲ 14 ਕਹਿੰਦਾ ਇਕੁਐਲਿਟੀ ਬਿਫੋਰ ਲਾ, ਕਾਨੂੰਨ ਬਣਨ ਤੋਂ ਪਹਿਲਾਂ ਸਮਾਨਤਾ। 15 ਡਿਸਕ੍ਰਿਮੀਨੇਸ਼ਨ, ਕਹਿੰਦਾ ਭੇਦਭਾਵ ਨਾ ਕਰੋ ਯਾਰ ਕਿਸੇ ਵੀ ਬੇਸ ਤੇ, ਠੀਕ ਹੈ। 16 ਨੂੰ ਮੈਂ ਵੰਡ ਸਕਦਾ ਬੱਚੇ 8 ਤੇ 8 ਦੇ ਵਿੱਚ, ਬਰਾਬਰ ਵੰਡਤਾ, ਇਕੁਅਲ ਓਪਰਚੁਨਿਟੀ। ਕਹਿੰਦਾ ਕੋਈ ਵੀ ਸਰਕਾਰੀ ਨੌਕਰੀ ਮਿਲਦੀ ਹੈ, ਸਾਰਿਆਂ ਕੋਲ ਅਧਿਕਾਰ ਨੇ, ਅਗਰ ਉਹ ਬੰਦਾ ਐਲੀਜੀਬਲ ਹੈ ਉਹ ਅਪਲਾਈ ਕਰ ਸਕਦਾ ਹੈ। 17 ਸੈਕਟਰ ਜਾਣੇ ਆ ਚੰਡੀਗੜ੍ਹ ਦੇ ਵਿੱਚ, ਕਿਸੇ ਨੂੰ ਟੱਚ ਨਹੀਂ ਕਰ ਸਕਦੇ, ਵੇਖ ਸਕਦੇ ਆ ਅਨਟਚੇਬਲ, ਛੂਆ-ਛੂਤ ਖਤਮ ਕਰਨਾ। ਔਰ ਜਦੋਂ ਬੱਚਾ 18 ਸਾਲ ਦਾ ਹੋ ਜਾਂਦਾ ਨਾ, ਕਹਿੰਦਾ ਯਾਰ ਹੁਣ ਮੈਂ ਨਾ, ਅੱਜ ਕੱਲ ਤਾਂ ਖਾਸ ਕਰਕੇ ਬੱਚਾ ਕਹਿੰਦਾ ਮੇਰਾ ਆਪਣਾ ਨਾਮ ਹੋਵੇ, ਹੈ ਨਾ, ਮੈਂ ਆਪਣੇ ਨਾਮ ਦੇ ਨਾਲ ਜਾਣਿਆ ਜਾਵਾਂ। ਤਾਂ ਕਹਿੰਦਾ ਮੈਂ ਕਿਸੇ
ਹੋਰ ਦੇ ਟਾਈਟਲ ਦੇ ਅੰਡਰ ਨਹੀਂ ਕੰਮ ਕਰਨਾ ਚਾਹੁੰਦਾ, ਮੈਂ ਆਪਣੇ ਨਾਮ ਨਾਲ ਜਾਣਿਆ ਜਾਣਾ ਚਾਹਣਾ, ਤਾਂ ਐਬੋਲੀਸ਼ਨ ਆਫ ਟਾਈਟਲਸ, ਠੀਕ ਹੈ, ਟਾਈਟਲਸ ਨੂੰ ਖਤਮ ਕਰ। ਤੇ ਏਦਾਂ ਆਪਾਂ ਫੰਡਾਮੈਂਟਲ ਰਾਈਟਸ ਕੀ, ਮੈਂ ਕਹਿੰਦਾ ਸਾਰੇ ਜਿੰਨੇ ਇੰਪੋਰਟੈਂਟ ਆਰਟੀਕਲ ਨੇ ਟਿਪਸ ਤੇ ਕਰ। ਪੋਲਿਟੀ ਨੰਬਰ 1 ਬਣਾ ਦੂੰਗਾ ਮੈਂ, ਗਰੰਟੀ ਨਾਲ ਕਹਿ ਰਿਹਾ। ਜਿਓਗ੍ਰਾਫੀ, ਸਾਇੰਸ, ਇੱਕ ਇੱਕ ਚੀਜ਼ ਰੱਟ ਲਾਂਗੇ, ਠੀਕ ਹੈ। 14ਵਾਂ ਆਰਟੀਕਲ ਕੀ ਸੀ? 14 ਆਰਟੀਕਲ, 14 ਨੰਬਰ ਇਕੁਐਲਿਟੀ ਬਿਫੋਰ ਲਾ, 15 ਡਿਸਕ੍ਰਿਮੀਨੇਸ਼ਨ, 16 ਇਕੁਅਲ ਓਪਰਚੁਨਿਟੀ, 17 ਅਨਟਚੇਬਿਲਟੀ, 18 ਕੀ ਹੈ ਟਾਈਟਲ। 17 ਸੈਕਟਰ ਟੱਚ ਨਹੀਂ ਕਰਨਾ, ਮੈਨੂੰ ਯਾਦ ਆ ਗਿਆ ਅਨਟਚੇਬਿਲਟੀ। 16 8 ਬਰਾਬਰ ਵੰਡਣਾ, ਇਕੁਅਲ ਓਪਰਚੁਨਿਟੀ। 18 ਟਾਈਟਲ ਦੀ ਗੱਲ ਹੋਈ ਸੀ, ਇੱਕ ਇੱਕ ਚੀਜ਼ ਰੱਟਾਂ। ਕੋਸਟਲ ਸਟੇਟ ਮੈਪ ਤੇ ਥੋੜੀ ਦੇਖਦੇ ਹਾਂ ਅਸੀਂ, ਤੱਟਵਰਤੀ ਹੈ ਜਿਹੜੇ ਰਾਜ ਨੇ ਇੰਡੀਆ ਦੀ, ਸਟੇਟ ਨੇ, ਤਾਂ ਬੱਚੇ ਜਿਹੜੀ ਲੈਂਡ ਦੇ ਨਾਲ ਪਾਣੀ ਨਾਲ ਬਾਉਂਡਰੀ ਸ਼ੇਅਰ ਕਰਦੀ ਹੈ ਉਸ ਨੂੰ ਆਪਾਂ ਕੋਸਟਲ ਸਟੇਟ ਕਹਿੰਦੇ। ਪੂਰੇ ਮੈਪ ਤੇ ਮੇਰੇ ਕੋਲ 9 ਹੀ ਸਟੇਟ ਹੈ ਬੱਚੇ, 9 ਹੀ ਸਟੇਟ ਹੈ। ਐਨ ਦੀ ਵੀ ਆਪਾਂ ਟ੍ਰਿਕ ਬਣਾਤੀ। ਟ੍ਰਿਕ ਕੀ ਬਣਾਈ? ਕਹਿੰਦਾ ਗੁੱਡ ਮਾਰਨਿੰਗ ਜੀਕੇ ਤਾਂ ਉਵੇਂ ਹੀ ਪੜ੍ਹਨੀ ਹੈ, ਗੁੱਡ ਮਾਰਨਿੰਗ ਜੀਕੇ ਤਾਂ ਉਵੇਂ ਹੀ ਪੜ੍ਹਨੀ। ਬੱਚੇ 9 ਸਟੇਟ ਤੁਸੀਂ ਪੜ੍ਹ ਲਈ ਨਾ, ਤੁਹਾਨੂੰ ਪਤਾ ਲੱਗਿਆ। ਗੁੱਡ ਮਾਰਨਿੰਗ गुजरात महाराष्ट्र GM, जीके GKK गोवा कर्नाटका केरल। गुड मॉर्निंग जीके ता ओवें तमिलनाडु आंध्र प्रदेश, ओवें उड़ीसा वेस्ट बंगाल। बच्चे 9 स्टेट तो इलावा कोई भी स्टेट ऐदा दी नहीं है इंडिया दी जिहड़ी पानी नाल बाउंड्री शेयर करती। क्या बात है यार, 2 ट्रिक ते लगभग मैं 15 तो 16 ਇੰਡੀਆ ਦੀ ਸਟੇਟ ਯਾਦ ਵੀ ਕਰ ਲਈਆਂ ਸੀਕੁਐਂਸ ਦੇ ਵਿੱਚ। ਦੇਖੋ ਪਹਿਲੇ ਮੈਂ ਪੜਿਆ ਉਹ ਲਾਈਨ ਜਿਹੜੀ ਇੰਡੀਆ ਨੂੰ 2 ਭਾਗਾਂ ਚ ਵੰਡਦੀ ਹੈ ਔਰ ਇੰਡੀਆ ਦੀ 8 ਸਟੇਟ ਚੋਂ ਨਿਕਲਦੀ ਹੈ, ਤਾਂ ਕਿਹੜੀ ਕਿਹੜੀ ਸੀ? ਏਅਰ ਮੈਪ ਆਇਆ ਸੀ, JW ਜਾਣਾ ਸੀ, ਟਾਈਮ ਹੋਇਆ ਪਿਆ ਸੀ। ਗੁਜਰਾਤ, ਰਾਜਸਥਾਨ, ਮੱਧ ਪ੍ਰਦੇਸ਼, ਛੱਤੀਸਗढ़, झारखंड, वेस्ट बंगाल, त्रिपुरा, मिजोरम। और गुड मॉर्निंग जीके तो उਵੇਂ ਹੀ पढ़नी है, ये 9 स्टेट कोस्टल स्टेट हो गई। ईजी है ना, है ना। ये तो जस्ट एक डेमो है, पिक्चर तो बाकी है बच्चे, है ना। मिनरल ते उन्हां दी और रट लांगे, ठीक है। कहंदा हमें सीधे से राइट जाना है, आयरन दी और खदान दे नाम दसो जिथे लोहा मिलता है, हमें हेमेटाइट मैग्नेटाइट, सीधे होके राइट, सीधे राइट। मैग्नीशियम कहंदा डोलू च मैगी विच नमक ज्यादा पै गया, डोलू डोलू डोलोमाइट, मैगी मैग्नीशियम, नमक एप्सम साल्ट। सिल्वर रूबी सिल्वर हॉर्नसिल्वर नाम तो ही क्लियर है। एल्यूमीनियम कहंदा बॉक्सिंग कर रहे सी बंदे ने मुक्का मारिया फील्ड ते बच्चा रोन लग पिया। कहंदा सर आ की दसता तुसी? बॉक्सिंग बॉक्साइट एल्यूमीनियम दी और है, कराई मतलब रोना, क्रायोलाइट, बच्चा रो रहा सी। फेल्ड्स पर फील्ड ते बॉक्सिंग चल रही सी। ये सारियां तीनों एल्यूमीनियम दियां और ने। पेपर च क्वेश्चन किद्दां आएगा? हर एक बच्चे दे माइंड दा क्वेश्चन है ना कि सर पेपर च किवें आएगा? वो कहेंगे बॉक्साइट इज द ओर ऑफ एल्यूमीनियम, डोलोमाइट इज द ओर ऑफ मैग्नीशियम। जिंक दी जिंक ब्लैंडे ते कैलेमाइन, कैल्शियम कैल्साइट फ्लोरस्पर, फ्लोर फ्लोर सारा कैल्शियम कार्बोनेट नाल बनिया हुंदा पत्थर दे नाल, फ्लोरस्पर कैल्शियम, फेल्ड्सपर एल्यूमीनियम, लेड दी गैलीना। और सब तो इंपॉर्टेंट नोट कर लो, फिर 2 नंबर दे के जा रहे हैं फ्री दे। मरकरी दी और दा नाम दसो जी? सिनेबार। डॉक्टर कोल गए, टैंपरेचर सी, डॉक्टर ने कहा बच्चे लै भी थर्मोमीटर सीने च लाता, 2 मिनट बाद सीने तो बाहर कढ़ दिंदा है, सीने बाहर, सीने बाहर। और थर्मोमीटर च पारा हुंदा है, मरकरी हुंदी है, तो याद हो गया। सिंपल है ना। यूरेनियम दी पिच ब्लेंडिंग, ठीक है। तो ये कुछ और जोना दे मिनरल्स दी गल हो। तो बच्चे ये एक जस्ट डैमो है, मतलब मैं तुहानूं ये दस रहा भी आपां किद्दां दी स्टडी करांगे, ठीक है। ऑब्जेक्टिव पढ़ांगे नाल दी नाल, टॉपिक खत्म होण दे नाल ही, ठीक है। और बाकी आपां इन फ्यूचर सैशनस दे विच मिलांगे। एंड आई होप सो तुसीं सारे ही सूझवान हो, एने कु तुहाडे विच समझ है कि की सही है कि गलत है, किन्नू चूज करना है, ये तुसीं सब जानते हो, ठीक है। तो थैंक्स फॉर टुडे। ਵਧੀਆ ਲੱਗਿਆ ਹੋਏ ਸੈਸ਼ਨ ਲਾਈਕ ਜ਼ਰੂਰ ਕਰਿਓ, ਕਮੈਂਟ ਕਰਿਓ, ਸ਼ੇਅਰ ਜ਼ਰੂਰ ਕਰਿਓ ਔਰ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਡ੍ਰੀਮਸ ਇੰਸਟੀਚਿਊਟ ਤੇ, ਠੀਕ ਹੈ। ਬਹੁਤ ਸਾਰੀਆਂ ਵੀਡੀਓਜ਼ ਤੁਹਾਨੂੰ ਮਿਲਣ ਵਾਲੀਆਂ ਐਂਡ ਆਈ ਹੋਪ ਕਿ ਆਪਾਂ ਲਾਈਵ ਸੈਸ਼ਨਸ ਦੇ ਵਿੱਚ ਮਿਲਾਂਗੇ। ਐਂਡ ਬੀ ਪੋਜ਼ਿਟਿਵ, ਠੀਕ ਹੈ। ਕੀਪ ਸਮਾਈਲਿੰਗ, ਬੀ ਪੋਜ਼ਿਟਿਵ। ਮਾਈਂਡ ਨੂੰ ਵੀ ਉਹਨਾਂ ਰੈਸਟ ਦੇਣਾ ਬਹੁਤ ਜ਼ਰੂਰੀ ਹੈ। ਮਾਈਂਡ ਨੂੰ ਰੈਸਟ ਨਹੀਂ ਦੇਾਂਗੇ ਨਾ ਤਾਂ ਬੱਚੇ ਵੀ ਬੜੀ ਵੱਡੀ ਦਿੱਕਤ ਹੈ। 8-8 9-9 ਘੰਟੇ ਪੜ੍ਹਦੇ ਜਾ ਰਹੇ ਆ ਪਰ ਮਾਈਂਡ ਨੂੰ ਅਗਰ ਰੈਸਟ ਨਹੀਂ ਦੇ ਰਹੇ ਬੱਚੇ, ਮਾਈਂਡ ਵੀ ਉਦਾਂ ਕੰਮ ਨਹੀਂ ਫਿਰ, ਠੀਕ ਹੈ। एंड आई होप कि तुसी सारियां चीज़ां समझ गए होगे, राइट। कोई तुहाडी क्वेरी होवे तुसी 730 10,099 ते इंस्टीट्यूट ते गल कर सकते हो, कॉन्टैक्ट कर सकते हो।
ਤਾਂ ਮਿਲਦੇ ਆ ਫਿਰ ਬੱਚੇ ਲਾਈਵ ਸੈਸ਼ਨਸ, ਠੀਕ ਹੈ। ਓਕੇ ਜੀ, ਓਕੇ, ਬਾਏ ਬਾਏ।